3 ਵਜੇ ਆਪੇ ਬਾਬਾ ਜੀ ਉਠਾ ਲੈਂਦੇ ਆ। ਗੁਰੂ ਘਰ ਤੇ ਜਿਮ ਮੇਰੇ ਲਈ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸ਼ੁਰੂ ਤੋਂ ਬੜੀਆਂ ਰੱਬ ਦੀ ਦਾਤ ਰਹੀ ਹੈ। ਹੈੱਡਫੋਨਸ ਦੇ ਵਿੱਚ ਬਾਣੀ ਸੁਣਨੀ ਸ਼ੁਰੂ ਕੀਤੀ ਹੈ ਜਿਮ 'ਚ। ਮੈਨੂੰ ਅਜੀਬ ਕਿਸਮ ਦੀ ਇੱਕ ਪਾਵਰ ਮਿਲਦੀ ਹੈ, ਮੈਨੂੰ ਅਜੀਬ ਕਿਸਮ ਦਾ ਇੱਕ ਫੀਲ ਹੁੰਦਾ ਕਿ ਮੈਂ ਬਹੁਤ ਹੀ ਪਾਵਰਫੁਲ ਆਦਮੀ ਹਾਂ। ਮੈਂ ਐਕਸਰਸਾਈਜ਼ ਕਰਦਾ ਕਈ ਵਾਰੀ 2-2 3-3 4-4 ਘੰਟੇ, ਔਰ ਪਹਿਲਾਂ ਮੈਨੂੰ ਥਕਾਵਟ ਮਹਿਸੂਸ ਹੁੰਦੀ ਸੀ, ਹੁਣ ਮੈਨੂੰ ਥਕਾਵਟ ਨਹੀਂ ਮਹਿਸੂਸ ਹੁੰਦੀ। ਤੁਸੀਂ ਬਿਲੀਵ ਕਰਨਾ, ਮੇਰੀਆਂ ਕਈ ਦਵਾਈਆਂ ਛੁੱਟ ਗਈਆਂ। ਬਲੱਡ ਪ੍ਰੈਸ਼ਰ ਦੀ ਦਵਾਈ ਛੁੱਟ ਗਈ ਹੈ, ਫਲਾਨੀ ਦਵਾਈ ਛੁੱਟ ਗਈ। ਮੈਂ ਬੁੱਕ ਭਰ ਕੇ ਦਵਾਈਆਂ ਦਾ ਖਾਂਦਾ ਹੁੰਦਾ ਸੀ। ਸਿਰਫ ਇੱਕ ਅੱਧੀ ਗੋਲੀ ਹੈਗੀ, ਉਹ ਵੀ ਮੈਂ ਜੇ ਨਹੀਂ ਖਾਂਦਾ ਤਾਂ ਨਾ ਸੀ। ਪਹਿਲਾਂ ਮੈਂ ਸਪਰੇਅ ਲੈਂਦਾ ਸੀ, ਦਮਾ ਸੀ, ਮੈਨੂੰ ਬਹੁਤ ਕੁਛ ਸੀ, ਸੋ ਸਿੱਖ। ਅਤੇ ਉਹ ਸਾਰੀ ਸਿਕਨੈਸ ਚਲੀ ਗਈ। ਢਿੱਡ ਦਾ ਆਪਰੇਸ਼ਨ ਹੋਇਆ, ਮੇਰੇ 900 ਟਾਂਕੇ ਲੱਗੇ ਹੋਏ ਆ, ਮੇਰੇ ਥਰੋਟ ਦੇ ਵਿੱਚ ਐਡਾ ਵੱਡਾ ਟਿਊਮਰ ਸੀ, ਉਹ ਹੋਇਆ, ਟੋਰ ਅਪਾਰਟ ਹੋਇਆ ਮੇਰਾ। ਮੈਂ 2 ਵਾਰੀ ਡੈਥ ਬੈੱਡ ਤੋਂ ਮਰ ਕੇ ਵਾਪਸ ਆਇਆ। ਮੇਰੀ ਵਾਈਫ ਬਹੁਤ ਚੰਗੀ, ਹੁਣੇ ਆਏ ਸੀ ਸਾਰੇ ਜਿਮ 'ਚ। ਮੇਰੇ ਬੱਚੇ, ਮੇਰੀ ਬੇਟੀਆਂ ਐਕਸਰਸਾਈਜ਼ ਕਰਦੇ ਇਕੱਠੇ, ਮੇਰੇ ਲਈ ਖਾਣਾ ਬਣਾਉਂਦੇ, ਫ਼ੋਨ ਕਰਕੇ ਪੁੱਛਦੇ ਕੀ ਚਾਹੀਦਾ। ਮੈਂ ਦੁਬਾਰਾ ਪਿਆਰ ਪਾ ਕੇ ਉਹਨਾਂ ਰਾਹਾਂ ਦੇ ਵਿੱਚ ਜਾ ਕੇ ਲੋਕਾਂ ਤੋਂ ਮਾਫ਼ੀ ਮੰਗਣਾ ਚਾਹੁੰਦਾ, ਹੱਥ ਜੋੜ ਕੇ, ਪੈਰੀ ਹੱਥ ਲਾ ਕੇ, ਕਿ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦਿਓ। ਉਹ ਕੋਈ ਵੀ ਹੈ। ਮੈਂ ਕਿਹਾ ਵੀ ਮੈਂ ਸਾਰਾ ਜੀਵਨ ਇਹ ਬੰਦਿਆਂ ਨੂੰ ਪਾਲਦੇ, ਇਸ ਬੰਦਿਆਂ ਦੀ ਮਿਹਨਤ ਕਰਦਾ ਮਰ ਗਿਆ, ਅਤੇ ਇਹ ਹੁਣ ਮੈਨੂੰ ਸ਼ਾਇਦ ਪੁੱਛਦੇ ਵੀ ਨਹੀਂ। ਦਿਓ ਸਾਹਿਬ ਨੇ, ਗਿੱਪੀ ਨੇ ਕਿਹਾ, ਕਹਿੰਦਾ ਸਰ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕੀ ਕਰਤਾ ਹੈ, ਅਸੀਂ ਤਾਂ ਇਹ ਹਾਲੀਵੁੱਡ 'ਚ ਨਹੀਂ ਦੇਖਿਆ, ਅਸੀਂ ਤਾਂ ਆਪਣੀ ਸਾਰੀ ਜ਼ਿੰਦਗੀ ਨਹੀਂ ਦੇਖਿਆ। ਮੈਂ ਕਿਹਾ ਅੱਛਾ। ਕਹਿੰਦਾ ਮੇਰਾ ਦਿਲ ਨਹੀਂ ਕਰਦਾ ਤੁਹਾਡਾ ਵੀ ਸ਼ਾਰਟ ਕੱਟਦੇ ਆ। ਅਤੇ ਮੈਨੂੰ ਬਲਜੀਤ ਜੀ ਸਿਰੋਂ ਜੱਫੀ ਪਾ ਕੇ ਕਹਿੰਦੇ ਸੀ, ਕਹਿੰਦੇ ਨੈਵਰ ਸੀਨ ਐਨ ਐਕਟਰ ਲਾਈਕ ਯੂ। ਮੈਂ ਉੱਥੇ ਰੋ ਪਿਆ ਜੀ। ਮੈਂ ਸੋਚਿਆ ਰਜਨੀਕਾਂਤ ਆਊਗਾ, 10 ਗੱਡੀਆਂ ਆ ਕੇ 10-20 ਕਾਫਲਾ ਹੋਊਗਾ, ਇੱਕ ਐਂਬੈਸਡਰ ਟੁੱਟੀ 'ਚ ਬੰਦਾ ਆਇਆ, 2 ਵਿਚਾਰੀ ਬੀਬੀਆਂ, ਇੱਕ ਵਿਗ ਸੰਭਾਲਦੀ ਹੈ, ਇੱਕ ਮੇਕਅਪ ਵਾਲੀ ਹੈ, ਇੱਕ ਡਰਾਈਵਰ, ਧੋਤੀ ਪਾਈ ਹੈ, ਇੱਥੇ ਬਾਲ ਤੋਂ ਗੰਜਾ ਉੱਠੇ, ਨਮਸਕਾਰ। ਮੈਂ ਕਿਹਾ ਯਾਰ ਕੋਈ ਸਿਕਿਉਰਿਟੀ ਨਹੀਂ, ਕੁਛ। ਚਲੇ ਗਏ। ਮੈਂ ਕਿਹਾ ਵੀ ਇਸ ਬੰਦੇ ਨੂੰ ਮਿਲਣਾ। ਉਹ ਜੀ ਸੈੱਟ 'ਤੇ ਆਏ, ਜ਼ਮੀਨ ਨੂੰ ਹੱਥ ਲਾਇਆ, ਖੜ ਗਿਆ। ਮੈਂ ਤਾਂ ਜਾ ਕੇ ਜੀ ਉਹਦੇ ਪੈਰ ਫੜ, ਮੈਨੂੰ ਉਹਨੇ ਜੱਫੀ 'ਚ ਪੈ ਲਿਆ। ਮੈਨੂੰ ਕਹਿੰਦਾ मैं तो उस आदमी को अपनी छाती से लगाया जिस आदमी ने हमें हीरे जैसा बेटा दिया देश के लिए। वो बैठा रहा जी, बैठा अखा मीच क्या करे। मैं देखा 4 दिन असीं इकट्ठे रहे, शूटिंग की। मैं क्या महाराज ये बंदा तो देवता है, वाकई इसकी पूजा होंदी है, वाकई मंदिर बने हुए हैं, ਉਹਨੂੰ लोग रब समझते इस करके क्योंकि वो रब वर्गा ही है। ਜਾਪ ਸਾਹਿਬ ਪਾਠ ਕਰਦੇ ਤਾਂ ਲੱਗਦਾ ਰੱਬ ਤੁਰਿਆ ਫਿਰਦਾ। ਉਹ ਇੱਕ ਨਜ਼ਰ ਰੱਬ ਦੀ ਰਹਿਮਤ ਹੋਈ ਗੁਰੂ ਘਰ ਦੀ, ਉਹ ਨਜ਼ਰ ਦੇ ਵਿੱਚ ਰੱਬ ਦੇ ਕੋਲ ਸਟਾਰਟਡ ਲਵਿੰਗ ਪੀਪਲ। ਮੇਰਾ ਇੰਨਾ ਕਿ ਇੰਤਹਾ ਪਿਆਰ ਹੈ ਕਿ ਜੇ ਮੈਂ ਕੋਈ ਮੈਨੂੰ ਮੰਗਤਾ ਮਿਲ ਜੇ, ਕੋਈ ਮਿਲ ਜੇ, ਜਾਂ ਮੈਂ ਕਦੇ ਗਲਤੀ ਨਾਲ ਉੱਚਾ ਬੋਲ ਪਾਂ ਕਿਸੇ ਨਾਲ, ਤੇ ਮੈਨੂੰ ਬੜੀ ਤਕਲੀਫ ਹੁੰਦੀ ਹੈ। ਮੈਂ ਰੋਣ ਲੱਗ ਜਾਂਦਾ ਕਿ ਮੈਂ ਕਿਸੇ ਨੂੰ ਉੱਚਾ ਕਿਉਂ ਬੋਲਿਆ। मैं काला आर्टिस्ट हाँ, मैं किसी स्कूल च नहीं गया, मैं कोई किताब नहीं पढ़ी, मैनू आर्ट की ABC नहीं आती, मैनू डायलॉग बोलना नहीं आता, मेरी शक्ल सूरत नहीं, मैनू चलना नहीं आता। मैं दसो कहता एक्टर हाँ। जिहड़े एक्टरां ने स्टेजां कर कर मेहनत कर सुपर डुपर स्टार बने, दे डिजर्व इट। पर मैं तो कुछ भी नहीं किया। मैनू जे रब ने इस बंदे नू जिन्हों कलाकारी की ABC नहीं आती, उन्होंने एडा मकाम देता, तो किस तरह हो गया। जिन्नी सख्त मेहनत मैं फिल्म इंडस्ट्री च कीती है, या क्रिकेट च कीती है, या UV नूं बनाउण च कीती है, या परिवार नूं पालण च कीती है, मैं वो मेहनत इहदे च मैनूं बाबा जी आप करा रहे। बच्चे है, बीवी है, हालांकि उन्होंने ऐ लगता भी पता नहीं सातों नाराज़ है। मैं कहा बिल्कुल नाराज़ नहीं। मैं जिंदगी च चाहुंदा कि मरण तो पहला जब मेरा अखीरला साह होवे, तो मैं उस लाइट, उस परमात्मा नूं देखना चाहुंदा, एनलाइटमेंट होना चाहुंदा। तो बाबा जी नाल मेरा वादा है, उन्होंने आप ही सोझी पाई है कि तेनों मैं लैन आऊँगा। सो मैं वो लास्ट वक्त की वेट कर रहा, कद आना है। सच्चे राह ते तुरोगे, लोगों नाल प्यार करोगे, लोग थोड़ी जय जयकार करने, झूठ थोड़े सामने नहीं टिक सकता। सो मैं कोशिश कर रहा कि मैं जान तो पहला मैनू संसारिक रूप दे विच लोग ये कहण कि वाह क्या बंदा सी, क्या रब ने बंदा भेजा सी। बस मेरी इन्नी की दौड़। और सच है कि
ਜੋ ਕੁਛ ਇਸ ਜ਼ਿੰਦਗੀ ਦੇ ਰਸਤੇ ਤੇ ਚਲਦੇ 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 ਵਿਛੜ ਗਿਆ ਹੈ, ਪਿੱਛੇ ਰਹਿ ਗਿਆ ਹੈ, ਮੈਂ ਉਹਨੂੰ ਨਾਲ ਲੈ ਕੇ ਤੁਰਨਾ ਚਾਹੁੰਦਾ। ਮੈਂ ਦੁਨੀਆ 'ਚ ਜਾਵਾਂ ਤਾਂ ਸ਼ਾਇਦ ਕਿਸੇ ਨੂੰ ਇਹ ਅਹਿਸਾਸ ਨਾ ਹੋਵੇ ਕਿ ਮੈਨੂੰ ਛੱਡ ਗਿਆ। ਮਿਸਾਲ ਬਣਨਾ ਤੇ ਮਿਸਾਲ ਮੰਨਣਾ ਦੋਨਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਫਰਕ ਹੁੰਦਾ ਹੈ। ਇੱਕ ਕੰਪਲੀਟ ਜਰਨੀ ਹੁੰਦੀ ਹੈ ਤੇ ਜਦੋਂ ਇਨਸਾਨ ਇਹ ਜਰਨੀ ਕੰਪਲੀਟ ਕਰ ਲੈਂਦਾ ਹੈ ਤੇ ਉਸ ਤੋਂ ਬਾਅਦ ਸਿਰਫ ਉਹ ਮਿਸਾਲ ਬਣਦਾ ਹੀ ਹੈ। ਸਾਡੇ ਨਾਲ ਨੇ ਅੱਜ ਲਿਵਿੰਗ ਲੈਜੈਂਡ ਜਿਨ੍ਹਾਂ ਨੇ ਪਹਿਲੇ ਅਦਾਕਾਰੀ ਪੱਖੋਂ ਯਾਨੀ ਕਿ ਪ੍ਰੋਫੈਸ਼ਨਲੀ ਇੱਕ ਮਿਆਰ ਹਾਸਿਲ ਕੀਤਾ, ਇੱਕ ਇੰਸਪੀਰੇਸ਼ਨ ਬਣੇ ਸਾਰਿਆਂ ਦੇ ਲਈ, ਤੇ ਅੱਜ ਜ਼ਿੰਦਗੀ ਨੂੰ ਕਿੱਦਾਂ ਜਿਉਣਾ ਹੈ, ਪਿਆਰ ਕਿੱਦਾਂ ਕਰਨਾ ਹੈ ਤੇ ਆਪਣੇ ਆਪ ਨੂੰ ਰੱਬ ਦੀ ਦਾਤ ਸਮਝ ਕੇ ਕਿੱਦਾਂ ਸੰਭਾਲਣਾ ਹੈ, ਬਹੁਤ ਹੀ ਅੱਛੀ ਮਿਸਾਲ ਜਿਹੜੇ ਨੇ ਉਹ ਦੇ ਰਹੇ ਨੇ। ਸਾਡੇ ਨਾਲ ਨੇ ਲਿਵਿੰਗ ਲੈਜੈਂਡ ਯੋਗਰਾਜ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਬੇਟਾ ਜੀ। ਸਰ ਪਹਿਲੇ ਤਾਂ ਮੈਂ ਬਹੁਤ ਹੀ ਸਰਪ੍ਰਾਈਜ਼ਡ ਹਾਂ ਤੁਹਾਨੂੰ ਇੱਦਾਂ ਦੇਖ ਕੇ, ਕਿਉਂਕਿ ਅਸੀਂ ਆਪਣੀ ਲਾਈਫ ਨੂੰ ਵੀ ਜੇ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕੋਈ ਕੰਪੈਰੀਜ਼ਨ ਨਹੀਂ ਹੈ। ਤੁਸੀਂ ਬੋਡੀ ਜ਼ੋਨ ਜਿਮ ਨੂੰ ਆਪਣਾ ਦੂਜਾ ਘਰ ਹੀ ਬਣਾ ਲਿਆ ਹੋਇਆ ਹੈ। ਹਾਂ ਜੀ, ਬੜੀ ਦੇਰ ਤੋਂ ਮੈਂ ਇਸ ਜਿਮ ਨਾਲ ਅਟੈਚ ਹਾਂ। ਇਨਫੈਕਟ ਜਦ ਇਹ ਜਿਮ ਖੁੱਲਿਆ ਸੀ ਉਦੋਂ ਵਨ ਆਫ ਦਾ ਫਿਊ ਮੈਂਬਰਸ ਮੈਂ ਹੀ ਸੀਗਾ ਜੀ। ਅਤੇ ਪਰ ਇਸ ਜਿਮ ਨਾਲ ਪਿਆਰ ਇੰਨਾ ਕੁ ਹੈ ਕਿ ਮੇਰੀ ਜ਼ਿੰਦਗੀ ਦੇ ਸਾਰੇ ਜਿਹੜੇ ਸੁੱਖ ਦੁੱਖ ਦਰਦ ਨੇ ਜਾਂ ਮੇਰੀ ਮੋਟੀਵੇਸ਼ਨ ਹੈ ਉਹ ਇਸ ਜਿਮ ਦੇ ਵਿੱਚ ਹੀ ਹੈ। ਸਪੈਸ਼ਲੀ ਸਾਡੇ ਗੁਰਮੀਤ ਜੀ ਜਿਹੜੇ ਸਾਡੇ ਬੌਸ ਨੇ ਇੱਥੇ ਦੇ, ਇਹ ਸੱਚੇ ਵੰਡਰਫੁਲ ਸੋਲ, ਇੰਨੇ ਵਧੀਆ ਬੰਦੇ ਹੈ। ਉਹਨਾਂ ਨੇ ਮੈਨੂੰ ਇੰਨਾ ਪਿਆਰ ਮਾਣ ਸਾਰੇ ਸਟਾਫ ਨੇ ਦਿੱਤਾ ਹੈ, ਮੈਨੂੰ ਇੱਥੇ ਐਂਬੈਸਡਰ ਬਣਾਇਆ ਹੈ। ਔਰ ਮੈਨੂੰ ਇਹ ਫੀਲ ਹੁੰਦਾ ਕਿ ਮੇਰੀ ਜ਼ਿੰਮੇਵਾਰੀ ਹੈ ਇਸ ਜਿਮ ਦੇ ਵਿੱਚ ਕਿ ਮੈਂ ਸਾਰਿਆਂ ਨੂੰ ਮਿਲਦਾ, ਇਹ ਫੀਲ ਹੁੰਦਾ ਕਿ ਮੈਂ ਇਸ ਜਿਮ ਵਾਸਤੇ ਬਹੁਤ ਕੁਛ ਕਰਾਂ। ਸੋ ਆਈ ਥਿੰਕ ਗੁਰੂ ਘਰ ਅਤੇ ਜਿਮ ਮੇਰੇ ਲਈ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਸ਼ੁਰੂ ਤੋਂ ਬੜੀਆਂ ਰੱਬ ਦੀ ਦਾਤ ਰਹੀ ਹੈ ਜੀ। ਹਾਂਜੀ ਸਰ, ਰੱਬ ਦੀ ਦਾਤ ਦੀ ਤੁਸੀਂ ਗੱਲ ਕੀਤੀ ਹੈ ਬਾਣੀ, ਮੈਂ ਸ਼ੁਰੂਆਤ ਹੀ ਇੱਥੋਂ ਕਰਨਾ ਚਾਹਾਂਗੀ। ਵੈਸੇ ਤਾਂ ਤੁਹਾਡੇ ਦਿਨ ਦੀ ਸ਼ੁਰੂਆਤ 3 ਵਜੇ ਹੀ ਹੋ ਜਾਂਦੀ ਹੈ ਸਵੇਰ ਦੇ, ਜਿਸ ਤੋਂ ਬਾਅਦ ਤੁਹਾਡਾ ਪਾਠ ਚੱਲਦਾ ਹੈ, ਫਿਰ ਇੱਕ ਰੂਟੀਨ ਸਟਾਰਟ ਹੁੰਦਾ ਹੈ। ਤੁਸੀਂ ਜਿਮ ਦੇ ਵਿੱਚ ਉੱਚੀ ਗਾਣੀ ਲਗਾਉਂਦੇ ਨੇ ਵੀ ਇੱਕ ਐਨਰਜੀ ਬੂਸਟ ਅਪ ਹੁੰਦੀ ਰਹੇ, ਤੁਸੀਂ ਇੱਥੇ ਵੀ ਹੈੱਡਫੋਨਸ ਦੇ ਵਿੱਚ ਬਾਣੀ ਲਗਾ ਕੇ ਹੀ ਸਾਰਾ ਜਿੰਨਾ ਵੀ ਟਾਈਮ ਜਿਮ ਦੇ ਵਿੱਚ ਸਪੈਂਡ ਕਰਦੇ ਹੋ ਉਹਨਾਂ ਟਾਈਮ ਤੁਸੀਂ ਬਾਣੀ ਸੁਣਦੇ ਰਹਿੰਦੇ ਹੋ। ਮੈਂ ਬੇਟਾ ਟਾਹਲਾ ਸਾਹਿਬ ਬਾਬਾ ਦਰਸ਼ਨ ਸਿੰਘ ਜੀ ਹੈ, ਜਿੱਥੇ ਬਾਬਾ ਦੀਪ ਸਿੰਘ ਜੀ ਦਾ ਸੀਸ ਲੱਥਿਆ ਸੀ ਅੰਮ੍ਰਿਤਸਰ ਤਰਨਤਾਰਨ, ਉੱਥੇ ਗੁਰੂ ਮਹਾਰਾਜ ਨੇ ਆਪ ਹੀ ਸੱਦਿਆ, ਆਪ ਹੀ ਬੁਲਾਇਆ। ਮੈਨੂੰ ਉਹਨਾਂ ਤੋਂ ਬੜੀ ਸਿੱਖਿਆ ਮਿਲਦੀ। ਬਾਬਾ ਦਰਸ਼ਨ ਸਿੰਘ ਜੀ ਬਹਿ ਜਾਂਦੇ ਨੇ, ਬੜੀਆਂ ਗੱਲਾਂ ਸੁਣਾਉਂਦੇ ਨੇ ਗੁਰੂਆਂ ਦੀਆਂ, ਪੀਰਾਂ ਦੀਆਂ, ਬ੍ਰਹਮੰਡ ਦੀਆਂ, ਅਤੇ ਮੈਨੂੰ ਕਈ ਘੰਟੇ ਬੈਠਾ ਰਹਿੰਦਾ। ਮੈਨੂੰ ਉਹਨਾਂ ਦੀ ਹਰ ਗੱਲ ਦਾ ਬੜਾ ਅਸਰ ਹੋਇਆ ਮੇਰੀ ਲਾਈਫ 'ਚ। ਮੈਂ ਇੱਕ ਟਾਈਮ 'ਤੇ ਫੀਲ ਕੀਤਾ ਕਿ ਸ਼ਾਇਦ ਮੈਂ ਜ਼ਿੰਦਗੀ ਨੂੰ ਠੀਕ ਤਰ੍ਹਾਂ ਲੀਡ ਨਹੀਂ ਕਰ ਰਿਹਾ, ਮੇਰੇ 'ਚ ਬੜੇ ਅਜੇ ਖਾਮੀਆਂ ਨੇ, ਨੁਕਸ ਨੇ, ਮੈਨੂੰ ਆਪਣੇ ਆਪ ਨੂੰ ਠੀਕ ਕਰਨੇ ਆ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਮੇਰਾ ਵੀ ਦਰਸ਼ਨ ਕਰਨ ਦਾ ਚਾਅ ਹੈ, ਮਨ ਹੈ। ਔਰ ਇਹ ਮੈਂ ਅਰਦਾਸ ਬਾਬਾ ਦੀਪ ਸਿੰਘ ਦੇ ਸਾਹਮਣੇ ਰੋਜ਼ ਬੜਾ ਨਿਮਾਣਾ ਜਿਹਾ ਉਹਨਾਂ ਦੀ ਜੁੱਤੀ ਦੀ ਮਿੱਟੀ ਬਣ ਕੇ ਕਰਦਾ ਹੁੰਦਾ। ਉਹਨਾਂ ਨੇ ਕਿਤੇ ਮੇਰੀ ਪੁੱਤ ਦੀ ਗੱਲ ਸੁਣ ਲਈ ਹੈ। ਕਹਿੰਦੇ ਪਿਓ ਦੀ ਉਂਗਲੀ ਫੜੀ ਹੋਵੇ ਨਾ ਤੇ ਉਹ ਕਿਤੇ ਛੁੱਟ ਜਾਂਦੀ ਹੈ, ਪਿਓ ਨੇ ਬਾਂਹ ਫੜੀ ਹੋਵੇ ਤਾਂ ਉਹ ਕਦੇ ਛੁੱਟਦੀ ਨਹੀਂ। ਮੇਰੀ ਬੜਾ ਇਮੋਸ਼ਨਲ ਚੀਜ਼ ਹੈ ਜਿਹੜੀ ਤੁਸੀਂ ਪੁੱਛੀ ਹੈ। ਅਤੇ ਪਿਓ ਨੇ ਮੇਰੀ ਬਾਂਹ ਐਸੀ ਫੜੀ ਹੈ ਕਿ ਮੇਰਾ ਦਿਲ ਕਰਦਾ ਸੀ ਮੇਰਾ ਜੀਵਨ ਇਹੋ ਜਿਹਾ ਹੋਵੇ, ਮੈਂ ਸਵੇਰੇ ਉੱਠਾਂ, ਅੰਮ੍ਰਿਤ ਵੇਲੇ ਮੈਂ ਬਾਣੀ ਪੜ੍ਹਾਂ, 24 ਘੰਟੇ ਮੇਰੇ ਕੰਨਾਂ 'ਚ ਕੀਰਤਨ ਚੱਲੇ, ਜਿੱਥੇ ਮੈਂ ਰਹਾਂ ਉੱਥੇ ਕੀਰਤਨ ਚੱਲੇ, ਬਾਬਾ ਜੀ ਦੀ ਧੂਫ ਬੱਤੀ ਹੋਵੇ। ਜੋਤ ਜਲਾ ਕੇ ਸੰਭਾਲਣੀ ਬਹੁਤ ਔਖੀ ਹੋ ਜਾਂਦੀ, ਉਹਦੇ ਜੋਗਾ ਮੈਂ ਜੇ ਹੋਇਆ ਨਹੀਂ। ਮੈਂ ਕੋਸ਼ਿਸ਼ ਕੀਤੀ, ਪਤਾ ਤਾਂ ਰਿਬਾਊਂਡ ਬੜਾ ਵੱਜਿਆ ਮੇਰੇ, ਅਤੇ ਮੈਂ ਆਪਣੇ ਨੂੰ ਕਲੀਨ ਮਹਾਰਾਜ ਮੈਨੂੰ ਕਰ ਰਹੇ। ਪਹਿਲਾਂ ਉੱਠਦਾ ਸੀ, ਉੱਠ ਜਾਵਾਂਗੇ, ਕਰ ਲਾਂਗੇ, ਜਦ ਮਰਜ਼ੀ ਉੱਠ ਜਾਂਦੇ ਸੀ, ਫਿਰ ਨਹੀਂ। ਫਿਰ ਬਾਬਾ ਜੀ ਨੇ ਦੱਸਿਆ ਕਿ ਨਹੀਂ, ਹਰ ਟਾਈਮ ਦਾ ਇੱਕ ਟਾਈਮ ਹੁੰਦਾ ਹਰ ਚੀਜ਼ ਦਾ। ਹੁਣ ਕੀ ਹੁੰਦਾ ਕਿ 3 ਵਜੇ ਆਪੇ ਬਾਬਾ ਜੀ ਉਠਾ ਲੈਂਦੇ ਆ, ਨਹਾ ਲਈਦਾ, ਕੱਪੜੇ ਬਦਲੀਦਾ, ਬਾਣੀ ਚੱਲਣ ਲੱਗ ਜਾਂਦੀ, ਆਪੇ ਪੜ੍ਹਾਉਂਦੇ ਨੇ। ਤੁਸੀਂ ਆਪ ਨਹੀਂ ਕਰ ਸਕਦੇ ਜਦ ਤੱਕ ਗੁਰੂ ਤੁੱਠਾ ਨਾ ਹੋਵੇ। ਔਰ ਜਿਹੋ ਜਿਹਾ ਕੰਮ ਹੋਣ ਲੱਗ ਜਾਏ, ਸਮਝ ਲਓ ਗੁਰੂ ਤੁਹਾਡੇ 'ਤੇ ਬਹੁਤ ਖੁਸ਼ ਹੈ, ਰੱਬ ਤੁਹਾਡੇ 'ਤੇ ਬਹੁਤ ਖੁਸ਼ ਹੈ। ਮੈਨੂੰ ਇਸ ਗੱਲ ਦਾ, ਮੇਰੇ ਖੁਸ਼ੀ 'ਚ ਕਈ ਵਾਰੀ ਹੰਝੂ ਵੀ ਆ ਜਾਂਦੇ। ਸੋ ਉਹ ਚੀਜ਼ ਚੱਲਦੀ ਰਹੀ। ਕਦੇ ਜਿਮ 'ਚ ਆਉਂਦੇ ਸੀ, ਇੱਥੇ ਗਾਣੇ ਲੱਗੇ ਰਹਿੰਦੇ ਨੇ, ਸਾਰਾ ਕੁਛ ਹੁੰਦਾ ਰਹਿੰਦਾ। ਅਤੇ ਮੇਰੇ ਮਨ 'ਚ ਆਇਆ ਕਿ ਮੈਂ ਇਹ ਜਿਹੜੇ 2-4 ਘੰਟੇ ਮੈਂ ਜਿਮ 'ਚ ਰਹਿੰਦਾ, ਇਹ ਅਧੂਰੇ ਨੇ। ਮੈਂ ਘਰ 'ਚ ਵੀ ਮੈਂ ਅਧੂਰਾ ਕਿਉਂ ਆ? 24 ਘੰਟੇ ਮੇਰੇ ਕੰਨ 'ਚ ਬਾਣੀ ਕਿਉਂ ਨਹੀਂ ਪੈਂਦੀ? ਸੋ ਮੈਂ ਜਗ੍ਹਾ ਬਾਬਾ ਜੀ ਦੇ ਕਮਰੇ ਦੂਜੇ ਸਪੀਕਰ ਰੱਖਦੇ ਆ, ਉਹ ਸਾਰੇ ਮੇਰੇ ਫੋਨਸ ਨਾਲ ਅਟੈਚ ਨੇ, ਅਤੇ ਮੈਂ ਚਲਾ ਦਿੰਦਾ। ਅਤੇ ਮੈਂ ਸੌਂਦਾ ਵੀ ਬਾਣੀ ਸੁਣਦੇ, ਉੱਠਦਾ ਵੀ ਬਾਣੀ ਸੁਣਦੇ। ਫਿਰ ਬਾਬਾ ਜੀ ਕੋਲ ਮੈਂ ਗਿਆ ਸੀ, ਉੱਥੇ ਗੁਰ ਇਕਬਾਲ ਜੀ
ਸਿੰਘ ਜੀ ਮਿਲੇ ਸੀ ਜਿਹੜੇ ਕੀਰਤਨੀ ਹੈ, ਉਹਨਾਂ ਨੇ ਮੈਨੂੰ ਫਿਰ ਦਿੱਤਾ ਇੱਕ ਵਾਹਿਗੁਰੂ ਵਾਹਿਗੁਰੂ ਦਾ ਜਾਪ, ਗੁਰੂ ਨਾਨਕ ਦੇਵ ਜੀ ਦਾ ਨਾਮ ਵਿੱਚ ਆਉਂਦਾ, ਉਹ 24 ਘੰਟੇ ਉੱਥੇ ਚੱਲਦਾ। ਸੋ ਜਦ ਦਾ ਮੈਂ ਆਪਣੇ ਇਸ ਹੈੱਡਫੋਨਸ ਦੇ ਵਿੱਚ ਬਾਣੀ ਸੁਣਨੀ ਸ਼ੁਰੂ ਕੀਤੀ ਹੈ ਜਿਮ 'ਚ, ਮੈਨੂੰ ਅਜੀਬ ਕਿਸਮ ਦੀ ਇੱਕ ਪਾਵਰ ਮਿਲਦੀ ਹੈ, ਮੈਨੂੰ ਅਜੀਬ ਕਿਸਮ ਦਾ ਇੱਕ ਫੀਲ ਹੁੰਦਾ ਕਿ ਮੈਂ ਬਹੁਤ ਹੀ ਪਾਵਰਫੁਲ ਆਦਮੀ ਹਾਂ। ਮੈਂ ਐਕਸਰਸਾਈਜ਼ ਕਰਦਾ ਕਈ ਵਾਰੀ 2-2 3-3 4-4 ਘੰਟੇ, ਔਰ ਪਹਿਲਾਂ ਮੈਨੂੰ ਥਕਾਵਟ ਮਹਿਸੂਸ ਹੁੰਦੀ ਸੀ, ਹੁਣ ਮੈਨੂੰ ਥਕਾਵਟ ਨਹੀਂ ਮਹਿਸੂਸ ਹੁੰਦੀ। ਸੋ ਬਾਣੀ ਦਾ ਇੱਕ ਅਸਰ ਐਸਾ ਹੋ ਰਿਹਾ ਹੈ, ਮੈਂ ਬਹੁਤ ਵਡਭਾਗੀ ਹਾਂ ਕਿ ਮੈਨੂੰ ਬੜੀ ਦੇਰ ਬਾਅਦ ਇਹ ਚੀਜ਼ ਮਿਲੀ ਆ। ਹਾਲਾਂਕਿ ਕੋਸ਼ਿਸ਼ ਬੰਦਾ ਕਰੇ ਤਾਂ ਕੁਛ ਨਹੀਂ ਹੁੰਦਾ, ਪਰ ਜਦ ਬਾਪੂ ਖੁਸ਼ ਹੋ ਜਾਏ ਨਾ, ਅਤੇ ਬਾਪੂ ਜੀ ਆਖਣ ਵੀ ਭਾਈ ਹੁਣ ਚੱਲ ਕਿੱਥੇ ਚੱਲਣਾ, ਤਾਂ ਉਦੋਂ ਫਿਰ ਆਪਣੇ ਰੰਗ 'ਚੋਂ ਰੰਗ ਲਿਆ। ਸੋ ਮੈਂ ਹਮੇਸ਼ਾ ਹੀ ਅਰਦਾਸ ਕਰਦਾ ਕਿ ਮਹਾਰਾਜ ਮੈਨੂੰ ਆਪਣੇ ਰੰਗ 'ਚ ਰੰਗ ਲਓ, ਮੈਨੂੰ ਵੀ ਆਪਣਾ ਇਹੋ ਜਿਹਾ ਬੱਚਾ ਬਣਾ ਲਓ ਕਿ ਜਦ ਮੈਂ ਦੁਨੀਆ 'ਚੋਂ ਜਾਵਾਂ ਤਾਂ ਬ੍ਰਹਮੰਡ 'ਚ ਵੀ ਜੈ ਜੈਕਾਰ ਹੋਵੇ, ਤੁਸੀਂ ਵੀ ਪਿਆਰ ਕਰੋ ਅਤੇ ਸਾਰੀ ਦੁਨੀਆ ਪਿਆਰ ਕਰੇ। ਜੀ ਸਰ, ਚਾਹੇ ਸ਼ੁਰੂਆਤ ਕਿਤੋਂ ਵੀ ਕੀਤੀ ਜਾਏ, ਅੱਜ ਤੁਸੀਂ ਖੁਦ ਇੰਨੇ ਕੈਪੇਬਲ ਹੋ ਚੁੱਕੇ ਹੋ। ਚਾਹੇ ਫਿਟਨੈਸ ਦੀ ਗੱਲ ਹੀ ਕਰੀਏ, ਤੁਸੀਂ ਕਹਿੰਦੇ ਹੋ ਵੀ ਤੁਸੀਂ ਪਿਛਲੇ 60-65 ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਹੋ ਆਪਣੇ ਆਪ ਨੂੰ ਸੰਭਾਲਣ ਦੀ, ਸਮੇਟਣ ਦੀ। ਸਰ, ਤੁਹਾਡੀ ਏਜ ਦੇ ਵਿੱਚ ਆ ਕੇ ਨਾ ਕੇਵਲ ਫਿਟਨੈਸ ਨੂੰ ਅਟੈਂਪਟ ਕਰਨਾ, ਬਲਕਿ ਜ਼ਿੰਦਗੀ ਨੂੰ ਸਮਝਣ ਦੀ ਕੋਸ਼ਿਸ਼ ਕਰਨਾ, ਕਹਿੰਦੇ ਆ ਵੀ ਬੁਢਾਪੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਪਰਿਵਾਰ ਦੀ ਜ਼ਰੂਰਤ ਹੁੰਦੀ ਹੈ, ਤੁਸੀਂ ਉਹਨਾਂ ਨਾਲ ਵੀ ਇੱਕ ਸਪੇਸ ਮੇਨਟੇਨ ਕੀਤਾ ਹੈ। ਹਾਲਾਂਕਿ ਪਿਆਰ ਹੈ, ਇੱਕ ਜ਼ਿੰਮੇਵਾਰੀ ਹੈ, ਕਦੋਂ ਮਿਲਣਾ ਹੈ, ਕਿਵੇਂ ਮਿਲਣਾ, ਉਹ ਸਭ ਪੈਰਲਲੀ ਚੱਲ ਰਿਹਾ, ਲੇਕਿਨ ਫਿਰ ਵੀ ਤੁਹਾਨੂੰ ਪਤਾ ਹੈ ਕਿ ਨਹੀਂ, ਮੈਨੂੰ ਆਹ ਵਕਤ ਮੈਂ ਇੱਥੇ ਰੱਖਣਾ, ਇਹ ਵਕਤ ਮੈਂ ਇੱਥੇ ਰੱਖਣਾ। ਆਈ ਮੀਨ ਇਹ ਸਾਰੀਆਂ ਚੀਜ਼ਾਂ ਦੇ ਲਈ ਖੁਦ ਨੂੰ ਕਿੰਨਾ ਕੁ ਮੈਂਟਲੀ ਪ੍ਰੀਪੇਅਰ ਕਰਨਾ ਪੈਂਦਾ ਹੈ? ਬੇਟਾ ਬੇਸਿਕਲੀ ਤਾਂ ਮੈਂ ਕੁਛ ਵੀ ਨਹੀਂ ਕਰ ਰਿਹਾ, ਜੋ ਕੁਛ ਕਰਾ ਰਿਹਾ ਉਹ ਯਕੀਨ ਕਰਨਾ ਉਹ ਖੁਦਾ ਕਰਾ ਰਿਹਾ, ਬਾਬਾ ਜੀ ਆਪੇ ਕਰਾ ਰਿਹਾ। ਮੇਰੇ ਮਨ ਦੀ ਇੱਕ ਇੱਛਾ ਸੀ ਬੜੀ ਸਾਲਾਂ ਤੋਂ, ਬੜੀ ਦੇਰ ਤੋਂ, ਕਿ ਮੇਰਾ ਜੰਗਲਾਂ 'ਚ ਕਿਤੇ ਪਹਾੜਾਂ ਕੋਲ ਘਰ ਹੋਵੇ, ਕੱਚੇ ਘਰ ਬਣੇ ਹੋਣ, ਇੱਕ ਉੱਥੇ 2 ਕਮਰੇ ਹੋਣ, ਉੱਥੇ ਸਾਰਾ ਦਿਨ ਬਾਣੀ ਚੱਲੇ, ਦਰਖਤਾਂ 'ਚ ਵੀ ਸਪੀਕਰ ਲੱਗੇ ਹੋਣ, ਪੰਛੀ ਆਉਣ, ਉੱਥੇ ਬੈਠ ਕੇ ਮੈਂ ਸਵੇਰੇ ਸ਼ਾਮ ਸੂਰਜ ਚੜ੍ਹਦੇ ਪਾਠ ਕਰਾਂ, ਸਾਰਾ ਦਿਨ ਬਾਣੀ ਚੱਲੇ, ਕੋਈ ਆ ਗਿਆ ਤਾਂ ਲੰਗਰ ਚੱਲੇ, ਅਤੇ ਉੱਥੇ ਸਾਰੇ ਕੀਰਤਨ ਕਰਨ। ਇਸ ਤਰ੍ਹਾਂ ਦਾ ਮੇਰੀ ਵਿਚਾਰਧਾਰਾ। ਪਰ ਮੈਂ ਦੁਨੀਆ 'ਚ ਇੰਨਾ ਕੁ ਫਸਿਆ ਰਿਹਾ, ਪਰਿਵਾਰ ਆਫਟਰ ਪਰਿਵਾਰ, ਪਰਿਵਾਰ ਆਫਟਰ ਪਰਿਵਾਰ। ਪਹਿਲਾਂ ਬਾਪੂ ਜੀ ਦੇ ਪਹਿਲੇ ਵਿਆਹ 'ਚ ਧੀ ਸੀ ਮੇਰੀ, ਵੱਡੀ ਭੈਣ ਮਾਰ ਗਈ ਸੀ, ਉਹਨਾਂ ਦੇ 4 ਬੱਚੇ ਸੀ, ਉਹਨਾਂ ਮੋਢੇ ਨਾਲ ਮੋਢਾ ਲਾ ਕੇ ਬਾਪੂ ਜੀ ਨਾਲ ਉਹ ਪਾਲੇ। ਫਿਰ ਮੇਰਾ ਵਿਆਹ ਹੋ ਗਿਆ, ਫਿਰ ਉਹ ਪਰਿਵਾਰ ਪਾਲਿਆ, ਫਿਰ ਯੂਵੀ ਹੋਣਾ ਨੂੰ ਪਾਲਿਆ, ਫਿਰ ਦੂਜਾ ਪਰਿਵਾਰ ਬਣਿਆ, 6 ਕੁੜੀਆਂ ਸੀ, ਉਹਨਾਂ ਨੂੰ ਪਾਲਦੇ ਪਾਲਦੇ ਕਰਦੇ 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 ਅਤੇ ਇੱਕ ਦਿਨ ਮੈਂ ਬਹਿ ਗਿਆ। ਮੈਂ ਕਿਹਾ ਵੀ ਮੈਂ ਸਾਰਾ ਜੀਵਨ ਇਹ ਬੰਦਿਆਂ ਨੂੰ ਪਾਲਦੇ, ਇਸ ਬੰਦਿਆਂ ਦੀ ਮਿਹਨਤ ਕਰਦਾ ਮਰ ਗਿਆ, ਅਤੇ ਇਹ ਹੁਣ ਮੈਨੂੰ ਸ਼ਾਇਦ ਪੁੱਛਦੇ ਵੀ ਨਹੀਂ, ਜਾਂ ਮੈਂ ਕਰ ਕੀ ਰਿਹਾ। ਮੈਂ ਕੁਐਸਚਨ ਮਾਰਕ ਮੇਰੇ ਮਨ 'ਚ ਬੇਟਾ ਆਇਆ। ਮੈਨੂੰ ਬੱਚੇ ਬਹੁਤ ਪਿਆਰ ਕਰਦੇ, ਘਰ ਬਹੁਤ, ਦੁਨੀਆ ਬਹੁਤ ਪਿਆਰ ਕਰਦੀ, ਸਾਰੇ ਬੜਾ ਪਿਆਰ ਕਰਦੇ, ਪਰ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਸੀ ਮਣਾ, ਜੇ ਇੰਨਾ ਟਾਈਮ ਤੋਂ ਕਿਤੇ ਰੱਬ ਦੇ ਜਾਪ ਚਲਾਇਆ ਹੁੰਦਾ ਤਾਂ ਹੁਣ ਤਾਂ ਪ੍ਰਗਟ ਕਰਾ ਲੈਂਦਾ। ਮੈਨੂੰ ਕਈ ਵਾਰੀ ਤੁਲਸੀਦਾਸ ਜੀ ਦੀ ਗੱਲ ਯਾਦ ਆ ਜਾਂਦੀ। ਤੁਲਸੀਦਾਸ ਜੀ ਆਪਣੀ ਪਤਨੀ ਨਾਲ, ਘਰਵਾਲੀ ਨਾਲ ਬੜਾ ਪਿਆਰ ਕਰਦੇ ਸੀ। ਜੇ ਉਹ ਪੇਕੇ ਚਲੇ ਜਾਂਦੇ ਤਾਂ ਉਹਦੇ ਪਿੱਛੇ ਪਿੱਛੇ ਚਲੇ ਜਾਂਦੇ, ਜੇ ਉਹ ਬਿਮਾਰ ਹੋ ਜਾਂਦੇ ਤਾਂ ਸਾਰੀ ਸਾਰੀ ਰਾਤ ਉਹਨਾਂ ਦੇ ਚਰਨਾਂ 'ਚ ਬੈਠੇ ਰਹਿੰਦੇ। ਅਤੇ ਇੱਕ ਦਿਨ ਉਹਨਾਂ ਨੇ ਕਿਹਾ, ਤੁਲਸੀਦਾਸ ਜੀ, ਇਹ ਜਿੰਨਾ ਪਿਆਰ ਤੁਸੀਂ ਮੇਰੇ ਨਾਲ ਕਰਦੇ ਹੋ, ਜਿੰਨਾ ਪਿਆਰ ਕਿਤੇ ਤੁਸੀਂ ਰੱਬ ਨਾਲ ਕੀਤਾ ਹੁੰਦਾ, ਹੁਣ ਨੂੰ ਤਾਂ ਰੱਬ ਦੇ ਦਰਸ਼ਨ ਹੋ ਜਾਣੇ ਸੀ। ਅਤੇ ਉਹਨਾਂ ਨੇ ਕਿਹਾ, ਫਿਰ ਮਾਤਾ ਤੂੰ ਹੀ ਉਹ ਲਾ ਦੇ, ਜੇ ਮੈਂ ਤੇਰੇ ਨਾਲ ਇੰਨਾ ਪਿਆਰ ਕੀਤਾ, ਤੂੰ ਮੇਰੀ ਮਦਦ ਕਰਕੇ ਰੱਬ ਨਾਲ ਜੋੜਤੇ। ਅਤੇ ਫਿਰ ਉਹਨਾਂ ਨੇ ਰਾਮਾਇਣ ਲਿਖੀ। ਮੈਂ ਵੀ ਇਹ ਗੱਲ ਸੋਚੀ, ਮੈਂ ਬਾਬਾ ਜੀ, ਮੈਨੂੰ ਬਾਬਾ ਜੀ ਕਹਿਣ ਲੱਗੇ, ਬਾਬਾ ਦਰਸ਼ਨ ਸਿੰਘ ਜੀ, ਹੁਣ ਕੋਈ ਕਸਰ ਰਹਿ ਗਈ ਹੈ? ਕੁਛ ਹੋਰ ਕਰਨਾ, ਕੁਛ ਹੋਰ ਚਾਹੀਦਾ? ਕੀ ਕੁਛ ਰੱਬ ਨੇ ਨਹੀਂ ਦਿੱਤਾ? ਮੈਂ ਕਿਹਾ ਜੀ ਬਹੁਤ ਦੇਤਾ, ਮੇਰੇ ਤਾਂ ਇੰਨੀ ਔਕਾਤ ਨਹੀਂ ਸੀ। ਕਹਿੰਦੇ ਫੇਰ ਹੁਣ? ਜਦੋਂ ਮੈਂ ਕਹਿੰਦਾ ਫੇਰ ਹੁਣ, ਅਤੇ ਮੈਂ ਬਾਬਾ ਜੀ ਦੇ ਪੈਰ ਫੜ ਲਿਆ। ਮੈਂ ਕਿਹਾ ਜੀ ਮੈਂ ਰੋਜ਼ ਅਰਦਾਸ ਕਰਦਾ ਬਾਪੂ ਜੀ ਕੋਲ, ਇਹ ਮੈਨੂੰ ਲੜ ਲਾ ਲਓ। ਫਿਰ ਨਾ ਉਹਨੂੰ ਥਾਪੜਾ ਦਿੱਤਾ, ਕਹਿੰਦੇ ਆਪੇ ਹੀ ਹੋ ਜਾਣਾ, ਤੂੰ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦੇ। ਮੈਂ ਜੀ ਘਰੇ ਆ ਕੇ ਉੱਥੋਂ ਫੋਟੋ ਲਿਆਂਦੀ, ਬਾਬਾ ਜੀ ਦੀ ਲਾਈ, ਜਪਜੀ ਸਾਹਿਬ ਦਾ ਬੇਟਾ ਪਾਠ ਸ਼ੁਰੂ ਕਰਾਤਾ, ਜੋਤ ਜਲਾ ਲਈ। ਜੋਤ ਜਲਾ ਕੇ ਪਾਠ ਕਰਦਾ ਸੀ, ਕੁਛ ਮੈਨੂੰ ਲੱਗਦਾ ਸੀ ਕਿ ਜੋਤ ਦੀ ਸੰਪੂਰਨਤਾ ਨਹੀਂ ਹੋ ਰਹੀ। ਜੋਤ ਜਲਾ ਕੇ ਫਿਰ ਸੰਸਾਰ ਦੇ ਵਿੱਚ ਉਹ ਸਾਰਾ ਕੁਛ ਤਿਆਗਣਾ ਪੈਂਦਾ, ਬਹੁਤ ਸੁੱਚਮ ਰੱਖਣੀ ਪੈਂਦੀ, ਨਹੀਂ ਤਾਂ ਸ਼ਹੀਦਾਂ ਦਾ ਪਹਿਰਾ ਇੱਦਾਂ ਤਕੜਾ ਹੋ ਜਾਂਦਾ, ਮਾੜੀ ਜਿਹੀ ਗਲਤੀ ਕਰੋ ਅਤੇ ਉਹ ਸਾਰਾ ਕੁਛ ਬਰਬਾਦ ਹੋ ਜਾਂਦਾ। ਮੈਂ ਉਹ ਜੋਤ ਜਲਾਉਣੀ ਬੰਦ ਕਰਕੇ ਧੂਫ ਜਲਾਉਣੀ ਕਰਤੀ। ਬਾਬਾ ਜੀ ਨੂੰ ਕਿਹਾ, ਬਾਬਾ ਜੀ ਕਹਿੰਦੇ ਕੋਸ਼ਿਸ਼ ਕਰਿਆ ਕਰੋ, ਜਦ ਤੱਕ ਜੋਤ ਜਲਦੀ ਹੋਵੇ ਕੋਸ਼ਿਸ਼ ਕਰੋ, ਉਦੋਂ ਤੱਕ ਸੰਪੂਰਨਤਾ ਮਨ ਲੱਗਿਆ ਰਹੇ। ਤੁਸੀਂ ਇਹ ਦੇਖ ਲਓ ਵੀ ਮੈਂ ਹੁਣ ਕਈ ਵਾਰੀ ਇੰਨਾ ਖੁਸ਼ ਹੋ ਜਾਂਦਾ, ਸਵੇਰੇ ਉੱਠ ਕੇ ਇੰਨਾ ਖੁਸ਼ ਹੁੰਦਾ
ਕਿ ਮੈਨੂੰ ਇੰਨਾ ਜਾਪ ਕਰਾਇਆ ਬਾਬਾ ਜੀ, ਇੰਨਾ ਕਰਾਇਆ ਕਿ ਕਈ ਪੰਜਾਬੀ ਦੇ ਲਫ਼ਜ਼ ਮੈਨੂੰ ਵਿੱਚੋਂ ਬੜੇ ਔਖੇ ਹੋ ਜਾਂਦੇ, ਸਪੈਸ਼ਲੀ ਜਾਪ ਸਾਹਿਬ ਬਹੁਤ ਔਖਾ ਹੈ। ਔਰ ਮੈਂ ਪੰਜਾਬੀ ਇਹ ਪੜ੍ਹੀ ਨਹੀਂ ਸ਼ੁਰੂ ਤੋਂ, ਪਰ ਹੁਣ ਮੈਂ ਕੋਸ਼ਿਸ਼ ਕਰ ਰਿਹਾ ਅਤੇ ਗੁਰੂ ਸਾਹਿਬ ਮੇਰੇ ਨਾਲ ਉੱਦਾਂ ਹੀ, ਕਿਉਂਕਿ ਮਿਹਨਤ ਤਾਂ ਬਾਪੂ ਕਰਾਉਂਦਾ ਹੀ ਹੈ ਨਾ ਤੁਹਾਡੇ ਕੋਲੋਂ। ਸੋ ਜਿੰਨੀ ਸਖਤ ਮਿਹਨਤ ਮੈਂ ਫਿਲਮ ਇੰਡਸਟਰੀ 'ਚ ਕੀਤੀ ਹੈ, ਜਾਂ ਕ੍ਰਿਕਟ 'ਚ ਕੀਤੀ ਹੈ, ਜਾਂ ਯੂਵੀ ਨੂੰ ਬਣਾਉਣ 'ਚ ਕੀਤੀ ਹੈ, ਜਾਂ ਪਰਿਵਾਰ ਨੂੰ ਪਾਲਣ 'ਚ ਕੀਤੀ ਹੈ, ਮੈਂ ਉਹ ਮਿਹਨਤ ਇਹਦੇ 'ਚ ਮੈਨੂੰ ਬਾਬਾ ਜੀ ਆਪ ਕਰਾ ਰਿਹਾ। ਬੱਚੇ ਹੈ, ਬੀਵੀ ਹੈ, ਹਾਲਾਂਕਿ ਉਹਨਾਂ ਨੂੰ ਐਂ ਲੱਗਦਾ ਵੀ ਪਤਾ ਨਹੀਂ ਸਾਤੋਂ ਨਾਰਾਜ਼ ਹੈ। ਮੈਂ ਕਿਹਾ ਬਿਲਕੁਲ ਨਾਰਾਜ਼ ਨਹੀਂ, ਮੇਰੀ ਵਾਈਫ ਬਹੁਤ ਚੰਗੀ, ਹੁਣੇ ਆਏ ਸੀ ਸਾਰੇ ਜਿਮ 'ਚ, ਮੇਰੇ ਬੱਚੇ ਮੇਰੀ ਬੇਟੀਆਂ ਐਕਸਰਸਾਈਜ਼ ਕਰਦੇ ਇਕੱਠੇ, ਮੇਰੇ ਲਈ ਖਾਣਾ ਬਣਾਉਂਦੇ, ਫ਼ੋਨ ਕਰਕੇ ਪੁੱਛਦੇ ਕੀ ਚਾਹੀਦਾ। ਮੈਂ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਡਿਸਟਰਬ ਨਾ ਕਰੋ, ਤੁਸੀਂ ਆਉਣਾ ਜੀ ਸਦਕੇ ਆਓ, ਮੈਨੂੰ ਪੁੱਛ ਕੇ ਆਓ, ਖਾਣਾ ਭੇਜ ਦਈਏ। ਮੈਂ ਕੋਈ ਨਹੀਂ, ਖਾਣਾ ਤੁਸੀਂ ਇੱਥੇ ਲੈ ਆਓ, ਮੈਂ ਇੱਥੇ ਖਾ ਲੂੰਗਾ। ਫਿਰ ਬਾਬਾ ਜੀ ਨੇ ਮੈਨੂੰ ਕਿਹਾ ਬੇਟਾ ਇੱਕ ਕੰਮ ਕਰਿਆ ਕਰ, ਥੋੜ੍ਹਾ ਖਾਇਆ ਕਰ, ਥੋੜ੍ਹਾ ਬੋਲਿਆ ਕਰ, ਥੋੜ੍ਹਾ ਸੋਇਆ ਕਰ। ਮੈਂ ਤੁਹਾਡੇ ਨਾਲ ਬੈਠ ਕੇ ਉਹਨੂੰ ਬੋਲਣਾ ਪੈਂਦਾ ਆਫਕੋਰਸ, ਅਤੇ ਮੈਂ ਬੜਾ ਘੱਟ ਬੋਲਣ ਦੀ ਕੋਸ਼ਿਸ਼ ਕਰਦਾ, ਘੱਟ ਖਾਣਾ, ਘੱਟ ਸੌਣਾ। ਉਹ ਹੁਣ ਆਦਤ ਆਪੇ ਪੈ ਰਹੀ ਹੈ। ਹੁਣ ਮੇਰਾ ਉਹ ਹਾਲ ਹੋ ਗਿਆ ਉਸ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਿ ਬੇਟਾ ਮੇਰੀ ਬਾਂਹ ਬਾਬਾ ਜੀ ਫੜਾਉਂਦੇ, ਸਭ ਕੁਝ ਆਪ ਕਰੋਗੇ। ਮੈਂ ਸਾਰਾ ਕੁਝ ਗੁਰੂ ਮਹਾਰਾਜ ਦੇ ਅਰਪਣ 'ਚ ਆਪੇ ਹੀ ਕਰਾ ਲਿਆ ਉਹਨਾਂ ਨੇ। ਸੋ ਜੋ ਕੁਝ ਹੋ ਰਿਹਾ, ਜੋ ਕੁਝ ਤੁਸੀਂ ਦੇਖ ਰਹੇ ਹੋ, ਇਹ ਸਭ ਉਹਦੀ ਰਹਿਮਤ ਹੈ, ਉਹਦੀ ਕਿਰਪਾ ਹੈ। ਔਰ ਮੇਰਾ ਇੱਕ ਵਿਸ਼ ਹੈ, ਮੈਂ ਤੁਹਾਨੂੰ ਅੱਜ ਇੱਕ ਮੈਸੇਜ ਲਿਖਿਆ ਵੀ ਸੀ, ਸਾਰਾ ਕੁਝ ਉਹ 'ਚ ਆਪਣੀ ਦਿਲ ਦੀ ਗੱਲ ਆਪਣੀ ਧੀ ਨੂੰ ਦੱਸੀ ਕਿ ਮੈਨੂੰ ਲੱਗਿਆ ਵੀ ਇੱਕ ਬਿਟੀਆ ਨੂੰ ਮੈਂ ਇੱਕ ਬਾਪ ਕਹਿ ਰਿਹਾ ਕਿ ਮੈਂ ਜ਼ਿੰਦਗੀ 'ਚ ਚਾਹੁੰਦਾ ਕਿ ਮਰਨ ਤੋਂ ਪਹਿਲਾਂ ਜਦ ਮੇਰਾ ਅਖੀਰਲਾ ਸਾਹ ਹੋਵੇ ਤਾਂ ਮੈਂ ਉਸ ਲਾਈਟ, ਉਸ ਪਰਮਾਤਮਾ ਨੂੰ ਦੇਖਣਾ ਚਾਹੁੰਦਾ, ਐਨਲਾਈਟਮੈਂਟ ਹੋਣਾ ਚਾਹੁੰਦਾ। ਅਤੇ ਬਾਬਾ ਜੀ ਨਾਲ ਮੇਰਾ ਵਾਅਦਾ ਹੈ, ਉਹਨਾਂ ਨੇ ਆਪ ਹੀ ਸੋਝੀ ਪਾਈ ਹੈ ਕਿ ਤੈਨੂੰ ਮੈਂ ਲੈਣ ਆਊਗਾ ਜੀ। ਸੋ ਮੈਂ ਉਹ ਲਾਸਟ ਵਕਤ ਦੀ ਵੇਟ ਕਰ ਰਿਹਾ, ਕਦ ਆਉਣਾ ਹੈ, ਪਰ ਮੈਨੂੰ ਖੁੰਝਣਾ ਨਹੀਂ ਚਾਹੁੰਦਾ। ਕਹਿੰਦਾ ਤੁਸੀਂ ਕ੍ਰਿਕਟ ਦਾ ਮੈਚ ਖੇਡਣਾ ਹੈ, ਸੀਰੀਜ਼ ਖੇਡਣੀ, ਵਰਲਡ ਕੱਪ ਖੇਡਣਾ, ਤਿਆਰੀ ਕਰਨੀ ਪੈਂਦੀ ਹੈ, ਅਤੇ ਮੈਂ ਰੱਬ ਨੂੰ ਮਿਲਣ ਤੋਂ ਪਹਿਲਾਂ ਮੈਨੂੰ ਬਾਬਾ ਜੀ ਆਪ ਹੀ ਤਿਆਰੀ ਮੇਰੀ ਕਰਵਾ ਰਹੇ। ਸਰ ਤਿਆਰੀ ਤੁਹਾਡੀ ਹੋ ਰਹੀ ਹੈ। ਇੱਥੇ ਮੈਂ ਜ਼ਰੂਰ ਜ਼ਿਕਰ ਕਰਨਾ ਚਾਹਾਂਗੀ ਕਿ ਤੁਹਾਡੀ ਨੀਂਦ ਮੁਸ਼ਕਿਲ ਦੇ ਨਾਲ 2-3-4 ਘੰਟਿਆਂ ਦੀ, ਇਸ ਤੋਂ ਵੱਧ ਨਹੀਂ ਹੈ ਜੀ। ਤੁਹਾਡੀ ਮੀਲਸ ਦੀ ਗੱਲ ਕੀਤੀ ਜਾਵੇ, ਤੁਸੀਂ ਖੁਦ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਔਰ ਥੋੜ੍ਹੀ ਮੀਲ ਥੋੜ੍ਹੇ ਟਾਈਮ ਬਾਅਦ ਖਾਂਦੇ ਹੋ। ਪਰ ਸਰ ਜਿਸ ਏਜ ਦੇ ਵਿੱਚ ਤੁਸੀਂ ਹੋ, ਵੈਸੇ ਤਾਂ ਇਸ ਏਜ ਤੱਕ ਪਹੁੰਚਣਾ ਹੀ ਅੱਜ ਕੱਲ੍ਹ ਬਹੁਤ ਵੱਡਾ ਇੱਕ ਟਾਸਕ ਹੋ ਚੁੱਕਿਆ ਸਾਰਿਆਂ ਦੇ ਲਈ, ਕਿਉਂਕਿ ਫਰਸਟ ਇਸ਼ੂ ਹੈ ਡਾਈਟ ਦਾ, ਸੈਕਿੰਡ ਇਸ਼ੂ ਹੈ ਡਿਪਰੈਸ਼ਨ ਦਾ, ਜੋ ਕਿ ਅੱਜ ਕੱਲ੍ਹ ਬਚਪਨੇ ਤੋਂ ਹੀ ਸਟਾਰਟ ਹੋ ਜਾਂਦਾ ਹੈ। ਫਿਰ ਤੁਹਾਡੀ ਏਜ ਦੇ ਵਿੱਚ ਬਹੁਤ ਸਾਰੇ ਰੀਜ਼ਨ ਆ ਜਾਂਦੇ ਆ, ਫੈਮਿਲੀ ਸਪੋਰਟਿਵ ਨਹੀਂ ਹੈ, ਹੈਲਥ ਅਲਾਉ ਨਹੀਂ ਕਰਦੀ। ਲੇਕਿਨ ਸਰ ਤੁਸੀਂ ਅੱਜ ਆਪਣੀ ਜ਼ਿੰਦਗੀ ਨੂੰ ਸੇਧ 'ਚ ਲੈ ਕੇ ਜਾ ਰਹੇ ਹੋ, ਰੱਬ ਵਾਲੇ ਪਾਸੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਤੁਸੀਂ ਉੱਥੇ ਹੀ ਕਿੰਨੀ ਨੌਜਵਾਨ ਪੀੜ੍ਹੀ ਨੂੰ ਹੀ ਨਹੀਂ, ਆਪਣੇ ਉਮਰ ਤੱਕ ਦੇ ਲੋਕਾਂ ਦੇ ਲਈ ਵੀ ਇੱਕ ਮਿਸਾਲ ਕਾਇਮ ਕਰ ਰਹੇ ਹੋ ਕਿ ਫਿਟਨੈਸ, ਰੱਬ ਔਰ ਆਪਣੀ ਜ਼ਿੰਦਗੀ ਨੂੰ ਸਹੀ ਰਸਤੇ ਲੈ ਕੇ ਜਾਣਾ ਵੀ ਇਹ ਆਪਣੇ ਹੱਥ 'ਚ ਹੈ। ਅਤੇ ਜੀ ਤੁਸੀਂ ਜੋ ਮੈਸੇਜ ਦੇਣਾ ਚਾਹੁੰਦੇ ਸੀ, ਬੇਸਿਕਲੀ ਮੈਂ ਉਹਦੇ 'ਤੇ ਹੀ ਆਉਣਾ ਚਾਹੁੰਦੀ ਹਾਂ। ਜੀ ਮੈਂ ਬੇਟਾ, ਉਹ ਕਹਿੰਦੇ ਨੇ जब तक मैं बिका न था कोई पूछता न था, ऐ खुदा तुमने खरीद कर मुझे महान बना दिया। जब तक रब की कृपा नहीं सी हुई, इस चीज़ की समझ नहीं सी, शौहरत, दौलत, पैसा, परिवार, बच्चे, हर चीज़। एक दिन बैठ के मैं सोचा भी तेनू रब ने की नहीं दिता, और रब ने इस उम्र तेनू की नहीं दिता। यू आर परफेक्ट। इस तो वध के तेनू रब की दे दे, तू ना शुक्र है, तू उस खुदा दे काबिल नहीं है, तू गुरु घर दे काबिल नहीं है। मैं वो जब चीज़ शुरू की तो मैं यकीन करना, मैनू इदां लगन लग गया थोड़े च मैनू रब दिखता है, काका रब दिखता है, इन्हां च रब दिखता है, चिड़ियां च रब दिखता है, जाप साहब पाठ करदे तो लगता रब तुरया फिर रहा। वो एक नज़र रब की रहमत हुई गुरु घर की, और नज़र दे विच रब दे होण लग पिया। स्टार्टड लविंग पीपल। मेरा इन्ना कि इंतहा प्यार है कि जे मैं कोई मैनू मंगता मिल जे, कोई मिल जे, या मैं कदे गलती नाल उच्चा बोल पां किसी नाल, ते मैनू बड़ी तकलीफ होती है, मैं रोन लग जाता कि मैं किसी नूं उच्चा क्यों बोलिया, हालांकि मैं कोशिश करदा। सो जी तुसी सवाल किया, वो इस तरह रब ने एक यूनिटी बनाती कि तू इस तरह करेंगा तो लोग तेनू फॉलो करने। मैं कौन हाँ? मैं कुछ भी नहीं, मैं एक जर्रा भी नहीं वो धरती का, मैं जुत्ती की मिट्टी भी नहीं, मैं बहुत नीवा तो बहुत एक, मैं अपनी औकात ही कोई नहीं। पर जब दुनिया थोनू फॉलो करे, दुनिया थोनू प्यार करे, जब दुनिया थोनू अपना बनावे, मैं समझदा बेटा जी इस तो वध के दौलत रब थोनू नहीं दे सकता। सो मैं उस दौलत नूं खुदा दी नूं बंड रहा। बेशक वो पोलिटिकल सिस्टम है,
ਬੇਸ਼ੱਕ ਉਹ ਸੋਸ਼ਲ ਸਿਸਟਮ ਹੈ, ਬੇਸ਼ੱਕ ਮੈਨੂੰ ਵੱਡੀ ਮਾਂ ਬਰਾਬਰ ਦੀ ਭੈਣ ਤੇ ਛੋਟੀ ਧੀ ਲੱਗਦੀ ਹੈ, ਕੋਈ ਫਰਕ ਨਹੀਂ ਲੱਗਦਾ ਕਿ ਤੁਸੀਂ ਮੇਰੀ ਬੱਚੀ ਨਹੀਂ ਹੋ ਜਾਂ ਉਹ ਮੇਰੀ ਬੱਚੀ ਨਹੀਂ ਹੈ ਜਾਂ ਇਹ ਮੇਰਾ ਬੇਟਾ ਨਹੀਂ ਹੈ ਜਾਂ ਇਹ ਮੇਰਾ ਬਜ਼ੁਰਗ ਨਹੀਂ ਹੈ। ਮੈਨੂੰ ਸਾਰੇ ਇੱਦਾਂ ਹੀ ਲੱਗਦੇ ਮੇਰੇ ਆਪਦੇ ਹੈ। ਕਿਸਾਨ ਅੰਦੋਲਨ 'ਚ ਮੈਂ ਬਹੁਤ ਕੁਝ ਸਿੱਖਿਆ। ਮੈਨੂੰ ਖੁਦਾ ਨੇ, ਬਾਬਾ ਜੀ ਨੇ ਥਾਪੜਾ ਦੇ ਕੇ ਸ਼ਾਇਦ ਇਸ ਲਈ ਤੋਰਿਆ। ਮੈਨੂੰ ਉਸ ਅੰਦੋਲਨ ਦੇ ਵਿੱਚ ਸਾਰੇ, ਮੈਂ ਜ਼ਾਰ ਰੋਂਦਾ ਹੁੰਦਾ ਸੀ, ਸਾਰੇ ਮੈਨੂੰ ਆਪਦੇ ਲੱਗਦੇ ਸੀ। ਇਹ ਮੇਰੀਆਂ ਮਾਵਾਂ ਨੇ, ਮੇਰੀਆਂ ਧੀਆਂ ਨੇ, ਮੇਰੇ ਭੈਣ, ਮੇਰੇ ਬਜ਼ੁਰਗ, ਮੇਰੇ ਬੱਚੇ, ਮੇਰੇ ਬੇਟੇ। ਔਰ ਬੋਲ ਬੋਲ ਕੇ ਵੱਡੀ ਮਾਂ ਬਰਾਬਰ ਦੀ ਭੈਣ ਛੋਟੀ ਧੀ ਕਿਰਦਾਰ ਹੈ। ਉਹ ਕਿਰਦਾਰ ਐਸਾ ਬਣਿਆ ਕਿ ਅੰਦੋਲਨ ਦੇ ਵਿੱਚ ਕਿਸੇ ਮੁੰਡੇ ਨੇ ਕਿਸੇ ਧੀ ਵੱਲ ਅੱਖ ਚੱਕ ਕੇ ਨਹੀਂ ਦੇਖਿਆ। ਤੁਸੀਂ ਦੇਖਿਆ, ਇਹ ਖੁਸ਼ੀ ਹੋਈ। ਲੋਕਾਂ ਨੇ ਮੈਨੂੰ ਕਿਹਾ ਤੁਸੀਂ ਬਾਪੂ ਜੀ, ਲੋਕਾਂ ਨੇ ਮੇਰੇ ਸਾਹਮਣੇ ਆ ਕੇ ਪਾਸਪੋਰਟ ਪਾੜਤੇ ਬੱਚਿਆਂ ਨੇ, ਕੋਈ ਅਮਰੀਕਾ ਛੱਡਿਆ, ਕੋਈ ਕੈਨੇਡਾ ਛੱਡਿਆ। ਬਾਪੂ ਜੀ ਤੁਹਾਡੇ ਇੱਕ ਬੋਲ ਤੇ ਸਾਰਾ ਕੁਝ ਛੱਡਿਆ, ਪੰਜਾਬ ਪਹੁੰਚਾਵਾਂਗੇ। ਉਹ ਪੰਜਾਬ 'ਚ ਰਹਿ ਰਹੇ ਨੇ, ਪੰਜਾਬ 'ਚੋਂ ਸ਼ਹੀਦ ਵੀ ਹੋਏ, ਸਭ ਕੁਝ ਹੋਇਆ। ਸਿੱਧੂ ਮੂਸੇਵਾਲੇ ਨਾਲ ਮੇਰਾ ਬਹੁਤ ਪਿਆਰ ਸੀ, ਮੈਂ ਤੁਹਾਨੂੰ ਸ਼ਹੀਦ ਹੀ ਮੰਨਦਾ। ਪਰ ਉਹ ਪਿਆਰ ਜਿਹੜਾ ਤੁਸੀਂ ਸਵਾਲ ਕੀਤਾ, ਉਹਦਾ ਸਿਰਫ ਇੱਕੋ ਹੀ ਜਵਾਬ ਮੈਂ ਦੇ ਸਕਦਾ ਕਿ ਉਸ ਖੁਦਾ ਦੀ ਬੜੀ ਰਹਿਮਤ ਉਹ ਮੇਰੇ ਤੋਂ ਕਰਾ ਰਿਹਾ। ਨਹੀਂ, ਬੰਦਾ ਕੁਝ ਨਹੀਂ ਕਰ ਸਕਦਾ। ਬੇਟਾ, ਇਸ ਦੁਨੀਆ ਦੇ ਵਿੱਚ ਤੁਸੀਂ ਪ੍ਰੈਸ ਵਾਲੇ ਹੋ, ਇਹ ਰੱਬ ਨੇ ਤੁਹਾਨੂੰ ਦਾਤ ਬਖਸ਼ੀ ਹੈ। ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਇਹਨੂੰ ਕਿੰਨੀ ਸੱਚਾਈ ਤੇ ਲੈ ਕੇ ਜਾਣਾ, ਕਿੰਨਾ 'ਚ ਝੂਠ ਪਾਉਣਾ। ਜਿੰਨਾ ਤੁਸੀਂ ਸੱਚ ਦੇ ਰਾਹ ਤੇ ਤੁਰੋਗੇ, ਡਿਫਿਕਲਟ ਬਣ ਜਾਊਗਾ। ਪਰ ਕਹਿੰਦੇ ਨਾ, ਸੱਚੇ ਰਾਹ ਚੱਲਦਿਆਂ ਉਸਤਤ ਕਰੇ ਜਹਾਨ, ਬਾਣੀ ਕਹਿੰਦੀ ਹੈ। ਸੱਚੇ ਰਾਹ ਤੇ ਤੁਰੋਗੇ, ਲੋਕਾਂ ਨਾਲ ਪਿਆਰ ਕਰੋਗੇ, ਲੋਕ ਤੁਹਾਡੀ ਜੈ ਜੈਕਾਰ ਕਰਨਗੇ। ਝੂਠ ਤੁਹਾਡੇ ਸਾਹਮਣੇ ਨਹੀਂ ਟਿਕ ਸਕਦਾ। ਸੋ ਮੈਂ ਕੋਸ਼ਿਸ਼ ਕਰ ਰਿਹਾ ਕਿ ਮੈਂ ਜਾਣ ਤੋਂ ਪਹਿਲਾਂ ਮੈਨੂੰ ਸੰਸਾਰਿਕ ਰੂਪ ਦੇ ਵਿੱਚ ਲੋਕ ਇਹ ਕਹਿਣ ਕਿ ਵਾਹ, ਕਿਆ ਬੰਦਾ ਸੀ, ਕਿਆ ਰੱਬ ਨੇ ਬੰਦਾ ਭੇਜਿਆ ਸੀ। ਬਸ ਮੇਰੀ ਇੰਨੀ ਕੀ ਦੌੜ। ਜੀ, ਮੈਂ ਇੱਥੇ ਵੀ ਵੇਖ ਰਹੀ ਸੀ ਵੀ ਜਿਹੜੇ ਲੋਕੀ ਤਾਂ ਬਹੁਤ ਜ਼ਿਆਦਾ ਫਿਟਨੈਸ ਨੂੰ ਪਿਆਰ ਕਰਦੇ ਆ, ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਆ ਕੇ ਤੁਹਾਨੂੰ ਮਿਲਣ, ਤੁਹਾਡਾ ਆਸ਼ੀਰਵਾਦ ਲੈਣ, ਤੁਹਾਨੂੰ ਦੱਸਣ ਕਿ ਅਸੀਂ ਬਾਕੀ ਦੇ ਵਿੱਚ ਹਾਰਡ ਵਰਕ ਕਰਦੇ ਆ। ਜਿਹੜੇ ਬਾਕੀ ਦੇ ਲੋਕ ਆ, ਉਹਨਾਂ ਨਾਲ ਤੁਸੀਂ ਕੋਸ਼ਿਸ਼ ਕਰਦੇ ਹੋ ਵੀ ਮੈਂ ਗੱਲ ਕਰਕੇ ਜਿੰਨੀ ਵੀ ਖੁਸ਼ੀ ਜਾਂ ਪੋਜ਼ਿਟਿਵਿਟੀ ਹੋ ਸਕਦੀ ਹੈ ਮੈਂ ਇਹਨਾਂ ਨੂੰ ਦੇਵਾਂ। ਕਿਤੇ ਨਾ ਕਿਤੇ ਇਸ ਰਸਤੇ ਤੇ ਇੱਥੋਂ ਤੱਕ ਪਹੁੰਚਣ ਦੀ ਵਜ੍ਹਾ ਇਹ ਵੀ ਹੈ ਕਿ ਤੁਸੀਂ ਸਕੂਨ ਲੱਭ ਰਹੇ ਹੋ ਜ਼ਿੰਦਗੀ ਦੇ ਵਿੱਚ। ਸ਼ਾਇਦ ਤੁਹਾਡੀ ਗੱਲ ਠੀਕ ਹੈ ਔਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਸਕੂਨ ਹਰ ਬੰਦੇ ਨੂੰ ਚਾਹੀਦਾ। ਮੈਂ ਪਿਛਲੇ 65 ਸਾਲਾਂ 'ਚ 65 ਈਅਰਸ, ਬਾਕੀ ਸਾਲ ਹੋਸ਼ ਸੰਭਾਲ ਚਲਾ ਲਾ, ਮੈਨੂੰ ਮੈਂ ਦੇਖ ਰਿਹਾ ਮੈਂ ਖੁਸ਼ ਕਿਉਂ ਨਹੀਂ ਹਾਂ, ਮੇਰੇ 'ਚ ਸ਼ਾਂਤੀ ਕਿਉਂ ਨਹੀਂ ਹੈ, ਮੈਂ ਸਕੂਨ ਕਿਉਂ, ਆਹ ਵੀ ਕਰਨਾ, ਆਹ ਵੀ ਕਰਨਾ, ਆਹ ਵੀ ਕਰਨਾ, ਉਹ ਵੀ ਕਰਨਾ। ਮੈਂ ਇਹ ਮੈਨੂੰ ਚੀਜ਼ ਮਾਰ ਰਹੀ ਸੀ ਹਮੇਸ਼ਾ। ਮੈਂ ਇੰਨਾ ਕੁਛ ਕੀਤਾ, ਪਰਿਵਾਰਿਕ ਰੂਪ 'ਚ ਕੀਤਾ, ਬੱਚਿਆਂ ਲਈ ਕੀਤਾ, ਰਿਸ਼ਤੇਦਾਰਾਂ ਲਈ ਕੀਤਾ, ਦੋਸਤਾਂ ਲਈ ਕੀਤਾ, ਸਭ ਲਈ ਕੀਤਾ, ਤੇ ਮੈਂ ਕਿੱਥੇ ਖੜਾ? ਨੋ ਵਨ ਇਜ਼ ਦੇਅਰ। ਕੋਈ ਮੈਨੂੰ ਵੀ ਨਹੀਂ ਪੁੱਛਦਾ ਭਾਈ ਤੂੰ ਮਰ ਗਿਆ ਕਿ ਜਿਉਣਾ। ਤੇ ਮੈਂ ਕਿਹਾ ਵੀ ਇਹ ਸਭ ਕੁਛ ਕਰਨ ਦੀ ਕੀ ਲੋੜ ਸੀ? ਯੂ ਆਰ ਨਾਟ ਸਪੋਜ਼ਡ ਟੂ ਡੂ ਦਿਸ। ਉਹ ਜਿਹੜੀ ਤੁਸੀਂ ਐਗਜ਼ੈਕਟਲੀ ਵਰਡ ਕਹੀ ਹੈ ਨਾ, ਸਕੂਨ, ਉਹ ਸਕੂਨ ਸਿਰਫ ਤੇ ਸਿਰਫ ਗੁਰੂ ਤੇ ਰੱਬ ਤੇ ਸ਼ਹੀਦਾਂ ਦੇ ਚਰਨਾਂ 'ਚ ਹੀ ਹੈ। ਲੇਕਿਨ ਉਹ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਡੀਪ ਉਹਦੇ ਵਿੱਚ ਜਾਂਦੇ। ਦ ਮੋਰ ਯੂ ਡੀਪ ਯੂ ਗੋ ਇਨਟੂ ਸਾਇਲੈਂਸ। ਸ਼ਾਂਤੀ ਤੁਸੀਂ ਜਾਣੇ ਤਾਂ ਸਕੂਨ ਤੁਹਾਨੂੰ ਮਿਲਦਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਵੈਲ ਸਪੋਰਟਡ ਹੋ। ਤੁਹਾਡੇ ਆਲੇ ਦੁਆਲੇ ਸ਼ਹੀਦਾਂ ਦਾ ਪਹਿਰਾ ਹੈ, ਬਾਬਾ ਜੀ ਤੁਹਾਡੇ ਨਾਲ ਨੇ, ਗੁਰੂ ਘਰ ਤੁਹਾਡੇ ਨਾਲ ਹੈ, ਦੇਵੀ ਦੇਵਤੇ ਤੁਹਾਡੇ ਨਾਲ ਨੇ, ਪੀਰ ਪੈਗੰਬਰ ਤੁਹਾਡੇ ਨਾਲ ਨੇ। ਤਾਂ ਜਿੰਨੇ ਵੀ ਸਾਧੂ ਸੰਤ ਇਸ ਦੁਨੀਆ 'ਚ ਹੋਏ ਆ, ਉਹ ਸਾਰੇ ਇਕੱਠੇ ਹੋ ਕੇ ਉਹਨਾਂ ਦੀ ਇੱਕ ਸਾਥ ਤੁਹਾਨੂੰ ਮਿਲਦਾ ਹੈ ਅਤੇ ਤੁਹਾਡਾ ਜੀਵਨ ਉੱਦਾਂ ਦਾ ਹੋ ਜਾਂਦਾ। ਇਹ ਸਾਰਾ ਕੁਝ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ, ਉਹਨਾਂ ਕੋਲ ਬੈਠ ਕੇ ਉਹ ਤਬਦੀਲੀ ਮੇਰੇ ਨਾਲ ਹੋਈ। ਔਰ ਮੈਨੂੰ ਬੜਾ ਪਿਆਰ ਕਰਦੇ ਹੋ। ਮੈਨੂੰ ਕਈ ਵਾਰੀ ਇਹ ਕਹਿ ਦਿੰਦੇ ਨੇ, ਕਹਿੰਦੇ ਨੇ ਬੇਟਾ ਇੱਕੋ ਹੀ ਮਾਂ ਦੁਨੀਆ 'ਚ ਜਿਹਨੇ ਤੈਨੂੰ ਪੈਦਾ ਕੀਤਾ ਹੈ, ਜਿਹੜਾ ਕਹਿੰਦਾ ਬਾਬਾ ਦੀਪ ਸਿੰਘ ਜੀ ਮੇਰੇ ਪਿਤਾ ਜੀ ਹੈ, ਤੂੰ ਕਦੇ ਆਪਣੇ ਪਿਤਾ ਜੀ ਦਾ ਨਾਮ ਨਹੀਂ ਲਿਆ, ਤੇ ਵਡਭਾਗੀ ਹੈ ਮਾਂ ਤੇ ਵਡਭਾਗਾ ਹੈ ਤੂੰ। ਦੁਨੀਆ 'ਚ ਕੋਈ ਐਸਾ ਬੰਦਾ ਹੀ ਹੈ ਨਹੀਂ, ਬਾਕੀ ਸਭ ਗੁਰੂ ਦੇ ਸਿੰਘ ਜ਼ਰੂਰ ਨੇ, ਪਰ ਗੁਰੂ ਨੂੰ ਪਿਓ ਨਹੀਂ ਬਣਾਇਆ ਕਿਸੇ ਨੇ। ਸੋ ਉਹ ਜਦੋਂ ਮੈਨੂੰ ਇਹ ਜਿਹੀ ਗੱਲ ਕਰਦੇ ਨਾ, ਮੈਂ ਰੋ ਪੈਂਦਾ, ਮੇਰਾ ਜ਼ਾਰ ਅੱਖਾਂ 'ਚ ਹੰਝੂ ਜਾਂਦਾ ਵੀ ਮੈਨੂੰ ਗੁਰੂ ਘਰ 'ਚ ਕਿੰਨੀ ਪਿਆਰ ਅਤੇ ਮੈਨੂੰ ਕਿੰਨਾ ਮਾਣ ਮਿਲ ਰਿਹਾ। ਉਹ ਜਦ ਵੀ ਬਾਬਾ ਜੀ ਕਿਤੇ ਲੈ ਕੇ ਜਾਂਦੇ ਨੇ, ਉਸ ਦਿਨ ਗੁਰੂ ਇਕਬਾਲ ਉਹਨਾਂ ਕੋਲ ਬੈਠੇ ਸੀ, ਜਿਹੜੇ ਕੀਰਤਨੀ ਹੈ, ਤੁਸੀਂ ਉਹਨੂੰ ਜਾਣਦੇ ਹੋਵੋਗੇ, ਉਹਨਾਂ ਕੋਲ ਬੈਠੇ ਸੀ, ਬੜੇ ਬਿਮਾਰ ਸੀ, ਉਹਨਾਂ ਨੂੰ ਦੱਸ ਰਹੇ ਸੀ ਇਹ ਬੇਟਾ ਐਸਾ ਹੈ, ਇਹ ਐਸਾ ਹੈ, ਵੀ ਬਾਬਾ ਦੀਪ ਸਿੰਘ ਦਾ ਬੇਟਾ ਹੈ। ਉਹ ਮੇਰੇ ਬਾਰੇ ਬੋਲੀ ਜਾ ਰਹੇ ਸੀ ਅਤੇ ਮੈਂ ਸਿਰ ਨੀਵਾਂ ਕਰਕੇ ਤੇ ਰੋ ਪਿਆ। ਸੋ ਆਈ ਥਿੰਕ ਉਹ ਜਿਹੜਾ ਤੁਹਾਨੂੰ
ਤੁਸੀਂ ਸ਼ਾਇਦ ਪਿਆਰ ਦੀ ਕੀਮਤ ਦੁਨੀਆ ਨਹੀਂ ਜਾਣਦੀ। ਸਾਚ ਕਹੂੰ ਸੁਣ ਲਿਓ ਸਭੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬੇਟਾ ਇਸ ਪ੍ਰੇਮ ਦੀ ਭਾਸ਼ਾ ਕੋਈ ਨਹੀਂ, ਲੇਕਿਨ ਇਸ ਪ੍ਰੇਮ ਦੇ ਵਿੱਚ ਜਿਹੜਾ ਤੁਸੀਂ ਅਲਫਾਜ਼ ਯੂਜ਼ ਕੀਤਾ ਉਹ ਸਕੂਨ ਐਸਾ ਹੈ ਜਿਹਨੂੰ ਮੈਂ ਬਿਆਨ ਨਹੀਂ ਕਰ ਸਕਦਾ। ਜੀ ਸਰ, ਅਸੀਂ ਦੇਖ ਰਹੇ ਸੀ ਤੁਸੀਂ ਕੰਟੀਨਿਊਸਲੀ ਜਿਮ ਕਰ ਰਹੇ ਸੀ, ਜਦ ਕਿ ਛੋਟੀ ਉਮਰ ਦੇ ਲੋਕ ਜਿਨ੍ਹਾਂ ਦੇ ਵਿੱਚ ਐਕਚੁਅਲ ਦੇ ਵਿੱਚ ਕਹਿੰਦੇ ਆ ਕਿ ਆਪਾਂ ਵੀ ਜਵਾਨੀ ਦਾ ਖੂਨ ਹੈ, ਬਹੁਤ ਐਨਰਜੀ ਹੈ, ਉਹ ਵੀ ਰੁਕ ਜਾਂਦੇ ਨੇ, ਸਾਹ ਲੈਣ ਲੱਗ ਜਾਂਦੇ ਨੇ, ਵੀਡੀਓਜ਼ ਬਣਾਉਣ ਲੱਗ ਜਾਂਦੇ ਨੇ, ਜਾਂ ਆਪਣਾ ਜੋ ਵੀ ਉਹਨਾਂ ਦਾ ਇੱਕ ਸਟਾਈਲ ਹੈ ਨਾ। ਜਦੋਂ ਤੁਸੀਂ ਕੰਟੀਨਿਊਸਲੀ ਜਿਮ ਕਰਦੇ ਹੋ, ਅਨਡਾਊਟਡਲੀ ਤੁਹਾਡੀ ਸੋਲ ਨੂੰ, ਤੁਹਾਡੇ ਬ੍ਰੇਨ ਨੂੰ ਜੋ ਕੰਟਰੋਲ ਕਰਕੇ ਐਨਰਜੀ ਦਿੰਦੀ ਹੈ ਉਹ ਹੈ ਬਾਣੀ। ਲੇਕਿਨ ਸਰ ਜਦੋਂ ਸ਼ੀਸ਼ੇ ਅੱਗੇ ਲਗਾਤਾਰ ਜਿਮ ਕਰਦੇ ਖੁਦ ਨੂੰ ਵੇਖਦੇ ਹੋ, ਹਰ ਮਸ਼ੀਨ ਦੇ ਉੱਤੇ ਸ਼ੀਸ਼ਾ ਲੱਗਿਆ, ਅੱਜ ਸ਼ੀਸ਼ੇ ਅੱਗੇ ਵੇਖ ਕੇ ਕੀ ਜ਼ਿਹਨ ਦੇ ਵਿੱਚ ਤੁਹਾਡੇ ਚੱਲਦਾ ਹੈ? ਮੈਂ ਗੁਰਬਾਣੀ 'ਚ ਇੰਨਾ ਰੁੱਝਿਆ ਹੁੰਦਾ ਮੇਰੇ ਕੰਨਾਂ 'ਚ, ਜਦੋਂ ਮੈਨੂੰ ਇਹ ਨਹੀਂ ਪਤਾ ਮੈਂ ਕਿੰਨੇ ਸੈੱਟਸ ਲਾ ਲਏ, ਕਿੰਨੇ ਮੈਂ ਕਰ ਲਿਆ, ਕਿੰਨੀ ਦੇਰ ਮੈਂ ਐਕਸਰਸਾਈਜ਼ ਕਰ ਲਈ। ਸ਼ਾਇਦ ਹੁਣ ਜਦ ਸ਼ੂਟ ਕਰ ਰਹੇ ਸੀ ਕਾਕਾ ਜੀ ਤਾਂ ਸ਼ਾਇਦ ਮੈਂ ਘੰਟਾ ਡੇਢ ਘੰਟਾ ਖਤਮ ਹੀ ਕਰਤਾ ਸੀ, ਅਤੇ ਮੈਨੂੰ ਪਤਾ ਵੀ ਨਹੀਂ ਲੱਗਿਆ ਮੈਂ ਥੱਕਿਆ ਕਿ ਨਹੀਂ ਥੱਕਿਆ। ਬਟ ਉਹ ਮਿਰਰ ਦੇ ਵਿੱਚ ਸ਼ਾਇਦ ਆਪਣੇ ਆਪ ਨੂੰ ਦੇਖ ਕੇ ਮੈਂ ਹਮੇਸ਼ਾ ਕਹਿੰਦਾ ਵੀ ਹਾਂ, ਅਜੇ ਬੰਦਾ ਬਣਨ 'ਚ ਬਹੁਤ ਫਰਕ ਹੈ, ਅਜੇ ਪੂਰਾ ਸੰਪੂਰਨ ਇਨਸਾਨ ਤੂੰ ਨਹੀਂ ਬਣਿਆ, ਅਜੇ ਵੀ ਤੇਰੀ ਸੋਚ ਕਿਤੇ ਜਾਂਦੀ ਹੈ, ਕਿਤੇ ਉੱਥੇ ਜਾਂਦੀ ਹੈ, ਤੂੰ ਇਹਨੂੰ ਟਿਕਾ, ਇਹਨੂੰ ਕਰ। ਮੈਂ ਇੱਥੇ ਸ਼ੀਸ਼ਾ ਨਹੀਂ, ਘਰ ਦੇ ਵਿੱਚ ਵੀ ਜਦ ਸਵੇਰੇ ਉੱਠਦਾ ਅਤੇ ਮੈਂ ਆਪਣੇ ਨੂੰ ਸਵਾਲ ਕਰਦਾ, ਅਜੇ ਤੇਰੇ 'ਚ ਆਹ ਨੁਕਸ ਹੈ, ਅਜੇ ਤੇਰੇ 'ਚ ਆਹ ਨੁਕਸ ਹੈ, ਅਜੇ ਤੂੰ ਆਹ ਠੀਕ ਕਰਨਾ, ਅਜੇ ਆਹ ਠੀਕ ਕਰਨਾ। ਅਤੇ ਮੈਂ ਸ਼ੀਸ਼ੇ 'ਚ ਇਹ ਚੀਜ਼ਾਂ ਸਿਰਫ ਆਪਣੇ ਨਾਲ ਗੱਲ ਕਰਦਾ ਹੁੰਦਾ ਹਮੇਸ਼ਾ ਖੜ੍ਹ ਕੇ। ਕਿਸੇ ਨੂੰ ਲੋਕ ਨੂੰ ਲੱਗਦਾ ਪਤਾ ਨਹੀਂ ਆਪੇ ਬੋਲੀ ਜਾਂਦਾ, ਅਤੇ ਮੈਂ ਆਪਣੇ ਨੂੰ ਦੱਸਦਾ ਹੁੰਦਾ ਵੀ ਇੱਥੇ ਆਹ ਕਰਨ ਵਾਲਾ, ਇੱਥੇ ਆਹ ਕਰਨ ਵਾਲਾ, ਰੱਬ ਹੁਣ ਤੇਰੇ 'ਤੇ ਕਿਰਪਾ ਕਰ ਰਿਹਾ, ਇਹਨੂੰ ਜਾਣ ਨਾ ਦੇਈਂ, ਛੱਡੀ ਨਾ। ਬਾਣੀ ਤੋਂ ਇਲਾਵਾ ਕੋਈ ਹੋਰ ਮਿਊਜ਼ਿਕ ਇਲਾਵਾ ਮੈਨੂੰ ਪਾਉਂਦਾ ਹੀ ਨਹੀਂ। ਪਰਸੋਂ ਚੌਥ ਦੀ ਗੱਲ ਹੈ, ਮੈਂ ਕਰ ਰਿਹਾ ਸੀ, ਮੈਂ ਕਿਹਾ ਦੂਜਾ ਮਿਊਜ਼ਿਕ ਸੁਣਦੇ ਹਾਂ, ਸਮ ਇੰਗਲਿਸ਼ ਮਿਊਜ਼ਿਕ ਸੁਣਦੇ ਹਾਂ। ਮੈਂ ਲਾਇਆ, ਮੈਂ ਕਿਹਾ ਕੀ ਸੁਣ ਰਿਹਾ, ਵਾਟ ਇਜ਼ ਦਿਸ, ਬੰਦ ਕੀਤਾ, ਬੈਕ ਟੂ ਬਾਣੀ। ਹੁਣ ਉਸ ਬਾਣੀ ਤੋਂ ਇਲਾਵਾ, ਉਸ ਕੀਰਤਨ ਤੋਂ ਇਲਾਵਾ, ਉਸ ਪਾਠ ਤੋਂ ਇਲਾਵਾ, ਗੁਰੂ ਘਰ ਤੋਂ ਇਲਾਵਾ, ਸ਼ਹੀਦਾਂ ਤੋਂ ਇਲਾਵਾ, ਬਾਬਾ ਜੀ ਤੋਂ ਇਲਾਵਾ, ਪਰਮਾਤਮਾ ਤੋਂ ਇਲਾਵਾ ਕੋਈ ਹੈ ਹੀ ਨਹੀਂ ਜਿੱਥੇ ਮੇਰਾ ਸਾਰਾ ਦਾ ਸਾਰਾ ਬਾਬਾ ਜੀ ਨੇ, ਗੁਰੂ ਘਰ ਨੇ ਸਮੇਟ ਕੇ ਇੱਕ ਜਗ੍ਹਾ ਸਕੂਨ ਦੇ ਕੇ ਕਿਹਾ ਹੈ, ਹੁਣ ਇਹਨੂੰ ਜਾਣ ਨਾ ਦੇਈਂ। ਅਤੇ ਮੈਂ ਬਾਬਾ ਜੀ ਮੇਰੇ ਵੱਸ ਦਾ ਨਹੀਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਮੇਰੇ ਵੱਸ ਦਾ ਨਹੀਂ, ਮੇਰੇ 'ਚ ਇਨਸਾਨੀਅਤ ਵੀ ਮੇਰੇ ਵੱਸ ਦਾ ਨਹੀਂ। ਮੈਂ ਤੁਹਾਡੀ ਜੁੱਤੀ ਦੀ ਮਿੱਟੀ ਹਾਂ, ਮੈਂ ਗੁਰੂ ਘਰ ਦੇ ਕੁੱਕਰਾਂ ਦਾ ਕੁੱਕਰ ਹਾਂ, ਕੁੱਤਿਆਂ ਦਾ ਕੁੱਤਾ, ਮੈਂ ਰੱਬ ਦਾ ਕਜਰਾ। ਤੁਸੀਂ ਆਪ ਹੀ ਸੰਭਾਲਣਾ, ਆਪ ਹੀ ਕਰਨਾ, ਮੈਂ ਕੁਛ ਨਹੀਂ ਕਰ ਸਕਦਾ। ਇੰਨਾ ਕੁ ਨੀਵਾਂ ਹੋ ਕੇ ਗਿਰ ਕੇ ਚਰਨਾਂ 'ਚ ਜਦ ਤੁਸੀਂ ਸੀਸ ਉਹ ਨਵਾਉਂਦੇ ਹੋ ਨਾ, ਅਤੇ ਉਹ ਫਿਰ ਤੁਹਾਨੂੰ ਗੋਦੀ 'ਚ ਬਿਠਾ, ਫਿਰ ਜਦੋਂ ਦਿੰਦਾ ਥਾਪੜਾ ਦਿੰਦਾ ਨਾ, ਉਦੋਂ ਸ਼ਕਤੀ ਤੁਹਾਡੇ ਵਿੱਚ ਆਉਂਦੀ ਹੈ। ਜਦੋਂ ਥਾਪੜਾ ਦਿੰਦਾ ਫਿਰ ਉਹ ਕੀ ਕਰਦਾ, ਆਪਣਾ ਨਾਮ 'ਚ ਪਾਉਂਦਾ, ਦੈਨ ਇਟ ਗਿਵਸ ਯੂ ਪਾਵਰ। ਤੁਸੀਂ ਬਿਲੀਵ ਕਰਨਾ ਬੇਟਾ ਜੀ, ਕਦੇ ਕਦੇ ਤਾਂ ਐਸਾ ਸਰੀਰ ਦੇ ਵਿੱਚ ਗੱਲ ਆਉਂਦੀ ਹੈ, ਦਿਲ ਐਂ ਲੱਗਦਾ ਸਰੀਰ ਫਟ ਜਾਏਗਾ, ਟੀਅਰ ਆਫ ਹੋ ਜਾਏਗਾ। ਸੋ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ, ਪਰ ਮੈਂ ਸੱਚ ਕਹਿ ਰਿਹਾ ਕਿ ਉਹਦੀ ਪਾਵਰ ਅਤੇ ਸ਼ਕਤੀ ਇੰਨੀ ਹੈ ਕਿ ਕਦੇ ਗੁੱਸਾ ਵੀ ਆਉਂਦਾ ਨਾ, ਕੋਈ ਯਾਦ ਆ ਗਈ ਫਲਾਣੇ ਨੇ ਐ ਕੀਤਾ ਸੀ, ਤਾਂ ਉਹ ਕਹਿੰਦਾ ਨੋ, ਇੱਦਾਂ ਨਹੀਂ, ਇੱਦਾਂ ਕਰੋ। ਮੈਨੂੰ ਐਸੀ ਗਾਈਡਿੰਗ ਫੋਰਸ ਹੈ, ਜੇ ਮੈਂ ਇੱਕ ਕਦਮ ਚੱਲਦਾ, ਗਲਤ ਇਨਸਾਨ ਹਾਂ, ਕੋਈ ਗਲਤ ਸੋਚ ਆਉਂਦੀ ਹੈ, ਜਾਂ ਕਿਸੇ ਦੇ ਨਾਲ ਬਦਲਾ ਲੈਣ ਦੀ ਗੱਲ ਆਉਂਦੀ ਹੈ, ਜਾਂ ਕਿਸੇ ਨੂੰ ਗਾਲ ਕੱਢਣ ਦੀ ਗੱਲ ਕਰਦੀ ਹੈ, ਤਾਂ ਉਸੇ ਵੇਲੇ ਖੁਦਾ ਕਹਿੰਦਾ ਨਾ ਪੁੱਤਰ ਨਹੀਂ, ਗਲਤ। ਫਿਰ ਉਸ ਵੇਲੇ ਬਾਪੂ ਜੀ ਗਲਤੀ ਹੋ ਗਈ। ਸੋ ਦੈਟ ਇਜ਼ ਦ ਵੇ। ਇੰਨੀ ਜਿਮ ਚਲੇ ਜਾਵਾਂ, ਸ਼ੂਟਿੰਗ 'ਤੇ ਚਲੇ ਜਾਵਾਂ, ਹੱਥ ਜੋੜਦਾ, ਬਾਪੂ ਜੀ ਮੈਨੂੰ ਕੁਛ ਨਹੀਂ ਆਉਂਦਾ, ਆਪੇ ਵਿੱਚ ਆਪੇ ਕਰੋ। ਮੈਨੂੰ ਲੋਕ ਕਹਿੰਦੇ ਕਿਆ ਕੰਮ ਕੀਤਾ, ਅਸੀਂ ਆਊਟਲੋ ਫਿਲਮ ਕਰਕੇ ਆਏ। ਮੈਨੂੰ ਬਲਜੀਤ ਜੀ ਨੇ ਕਿਹਾ, ਦਿਓ ਸਾਹਿਬ ਨੇ, ਗਿੱਪੀ ਨੇ ਕਿਹਾ, ਕਹਿੰਦਾ ਸਰ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕੀ ਕਰਤਾ ਹੈ, ਅਸੀਂ ਤਾਂ ਇਹ ਹਾਲੀਵੁੱਡ 'ਚ ਨਹੀਂ ਦੇਖਿਆ, ਅਸੀਂ ਤਾਂ ਆਪਣੀ ਸਾਰੀ ਜ਼ਿੰਦਗੀ ਨਹੀਂ ਦੇਖਿਆ। ਮੈਂ ਕਿਹਾ ਅੱਛਾ। ਕਹਿੰਦਾ ਮੇਰਾ ਦਿਲ ਨਹੀਂ ਕਰਦਾ ਤੁਹਾਡਾ ਕੋਈ ਸ਼ਾਰਟ ਕੱਟਦੇ ਆ। ਅਤੇ ਮੈਨੂੰ ਬਲਜੀਤ ਜੀ ਸਿਰੋਂ ਜੱਫੀ ਪਾ ਕੇ ਕਹਿੰਦੇ ਸੀ, ਕਹਿੰਦੇ ਨੈਵਰ ਸੀਨ ਐਨ ਐਕਟਰ ਲਾਈਕ ਯੂ। ਮੈਂ ਉੱਥੇ ਰੋ ਪਿਆ ਜੀ। ਮੈਨੂੰ ਕਹਿੰਦੇ ਕੀ ਹੋ ਗਿਆ? ਮੈਂ ਸਰ ਮੈਨੂੰ ਤਾਂ ਆਉਂਦਾ ਹੀ ਕੱਖ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ ਕੀ ਕਰਨਾ ਹੈ। ਇਟ ਇਜ਼ ਵਾਟ ਦ ਗੋਡ ਇਜ਼। ਤੁਹਾਨੂੰ ਮੈਂ ਦੱਸ ਹੀ ਨਹੀਂ ਸਕਦਾ। ਬਾਬਾ ਜੀ ਨੇ ਮੈਨੂੰ ਉੱਥੋਂ ਕੱਢਿਆ ਧੀਏ, ਜਿੱਥੇ ਮੈਂ ਤੈਨੂੰ ਬਿਆਨ ਨਹੀਂ ਪਤਾ ਬੇਟਾ ਤੁਹਾਨੂੰ ਕਰ ਸਕਦਾ। ਕਿੰਨੀ ਜਗ੍ਹਾ ਮੈਂ ਐਸੀ ਜਗ੍ਹਾ ਫਸਿਆ ਜਿੱਥੇ ਮੈਨੂੰ ਐਂ ਲੱਗਦਾ ਸੀ ਵੀ ਸ਼ਾਇਦ ਤਾਂ ਮੈਂ ਜਿੰਦਾ ਵਾਪਸ ਨਹੀਂ ਜਾ ਸਕਦਾ, ਸ਼ਾਇਦ ਇੱਥੇ ਮੈਨੂੰ 20 ਸਾਲ ਦੀ ਜੇਲ੍ਹ ਹੋਊਗੀ, ਇੱਥੇ ਪਤਾ ਨਹੀਂ ਕੀ ਹੋ ਜਾਊਗਾ। ਮੈਨੂੰ ਐਂ ਕੱਢ ਕੇ ਬਾਬਾ ਜੀ ਨੇ ਬਾਹਰ ਮਾਰਿਆ। ਮੈਂ ਪ੍ਰਤੱਖ ਆਪਣੇ ਹੱਥ 'ਤੇ ਸਰੋਂ ਜੰਮਦੀ ਦੇਖੀ ਹੈ। ਜਿੰਨਾ ਕੁ ਵੀ ਬੋਲਾਂ, ਸ਼ਾਇਦ ਆਪਾਂ ਦੋਨੋਂ ਬੈਠ ਕੇ 2 ਰਾਤਾਂ 2 ਦਿਨ 'ਤੇ ਕਹਾਣੀ ਤੁਹਾਨੂੰ ਸੁਣਾ ਦਿਆਂ ਕਿ ਉਹਦਾ ਜਿਹੜਾ ਜਦੋਂ
ਤੁਹਾਨੂੰ ਬਖਸ਼ਦਾ ਹੈ ਨਾ ਤਾਂ ਕਿਤੇ ਦਾ ਕਿਤੇ ਤੁਹਾਨੂੰ ਪਹੁੰਚਾ ਜਾਂਦਾ। ਇਹ ਤਾਂ ਬੜੀਆਂ ਛੋਟੀਆਂ ਗੱਲਾਂ। ਤੁਸੀਂ ਦੇਖੋ ਗੁਰੂ ਘਰ 'ਚ ਇੱਕ ਦਾਲ ਖਾ ਕੇ, ਰੋਟੀ ਖਾ ਕੇ ਸਿੰਘਾਂ ਨੇ ਮੁਗਲਾਂ ਦੇ ਤਹਿਸ ਨਹਿਸ ਕਰਤੇ ਹੈ ਜੀ। ਅਤੇ ਉਹ ਜਿਹੜੀ ਹੈ ਉਹ ਡਾਇਟ ਨਹੀਂ ਹੈ। ਉਸ ਡਾਇਟ ਦੇ ਵਿੱਚ ਜਿਹੜਾ ਬਾਣੀ ਅਤੇ ਪਾਠ ਦਾ ਪ੍ਰਤਾਪ ਹੈ ਉਹ ਹੈ ਕਿ ਸੀਸ ਕੱਟਿਆ ਹੈ ਬਾਬਾ ਜੀ ਨੇ ਤਲੀ 'ਤੇ ਰੱਖ ਕੇ ਤੁਰ ਪਏ। ਉਹ ਸ਼ਕਤੀ ਬਾਣੀ ਦੀ ਸੀ। 50 ਸਾਲ 60 ਸਾਲ ਬਾਣੀ ਪੜ੍ਹੀ, ਕੈਨ ਯੂ ਇਮੈਜਨ। ਤਾਂ ਉਹਦੀ ਪਾਵਰ ਇੰਨੀ ਹੈ। ਇਹ ਉਹੀ ਗੱਲ ਹੈ ਵੀ ਮਰਦਾਨਾ ਜੀ ਗੁਰੂ ਨਾਨਕ ਦੇਵ ਨੂੰ ਪੁੱਛਦੇ ਆ ਉਹ ਕੈਸਾ ਹੈ, ਬਿਆਨ ਤਾਂ ਕਰੋ। ਕਹਿੰਦੇ ਮਰਦਾਨਾ ਜੀ ਮੈਂ ਬਿਆਨ ਨਹੀਂ ਕਰ ਸਕਦਾ, ਇਹ ਸਵਾਦ ਤੁਹਾਨੂੰ ਆਪ ਹੀ ਚੱਖਣਾ ਪੈਣਾ। ਜਿੱਦਣ ਤੁਹਾਨੂੰ ਪਤਾ ਲੱਗੂਗਾ ਉਹ ਕੈਸਾ ਹੈ ਉਹ ਤੁਸੀਂ ਆਪ ਬਿਆਨ ਕਰਿਓ। ਫਿਰ ਉਹ ਕਹਿਣ ਲੱਗੇ ਗੁਰੂ ਮਹਾਰਾਜ ਫਿਰ ਤੇਰੇ ਤੋਂ ਵੱਧ ਕੇ ਕੌਣ ਦਰਸ਼ਨ ਕਰਾ ਸਕਦਾ। ਫਿਰ ਜਦ ਦਰਸ਼ਨ ਕਰਾਏ ਉਹ ਫਿਰ ਉੱਥੇ ਰਹਿ ਗਏ। ਕਹਿੰਦੇ ਹੁਣ ਇੱਦਾਂ ਜਦ ਮੈਂ ਜਾਵਾਂ ਤਾਂ ਤੇਰੀ ਗੋਦ 'ਚ ਜਾ। ਸਰ ਤੁਸੀਂ ਹੁਣੇ ਗੱਲ ਕੀਤੀ ਵੀ ਪਰਮਾਤਮਾ ਦੀ ਦੇਣ ਹੈ ਨਾ ਹੈਗੀ ਆ ਕਿ ਉਹ ਕਰਵਾਉਂਦੇ ਆ। ਮੈਨੂੰ ਲੱਗਦਾ ਕਲਾਕਾਰ ਬਹੁਤ ਬਲੈਸਡ ਹੁੰਦੇ ਨੇ ਕਿਉਂਕਿ ਕਲਾਕਾਰ ਦਾ ਅਸੀਂ ਸਾਰੇ ਕਹਿੰਦੇ ਪ੍ਰਭਾਵ ਬਹੁਤ ਹੁੰਦਾ ਆਮ ਜਨਤਾ 'ਤੇ, ਆਮ ਲੋਕਾਂ 'ਤੇ ਜੋ ਤੁਹਾਨੂੰ ਦੇਖਦੇ ਨੇ, ਪਿਆਰ ਕਰਦੇ ਨੇ ਹੈ ਨਾ। ਪਹਿਲੇ ਕਲਾਕਾਰ ਦੇ ਤੌਰ 'ਤੇ ਗੱਲ ਕਰੀਏ ਜਾਂ ਫਿਰ ਅੱਜ ਇੱਕ ਉਸ ਇਨਸਾਨ ਦੀ ਗੱਲ ਕਰੀਏ ਜਿਸ ਦੇ ਅੰਦਰ ਦੁੱਖ ਵੀ ਹੈ, ਜਿਸ ਦੇ ਅੰਦਰ ਕੁਛ ਕਰਨ ਦਾ ਜਜ਼ਬਾ ਵੀ ਹੈ, ਜਿਸ ਦੇ ਅੰਦਰ ਪਰਮਾਤਮਾ ਦੇ ਲੜ ਲੱਗਣ ਦੀ ਇੱਕ ਜਜ਼ਬਾ ਹੈ, ਜਿਸ ਦੇ ਅੰਦਰ ਅੱਜ ਇਹ ਜਜ਼ਬਾ ਹੈ ਕਿ ਜੇ ਮੈਂ ਕੁਛ ਕਰਾਂ ਵਧੀਆ ਅਤੇ ਮੈਂ 10 ਜਾਂ 100 ਬੰਦਿਆਂ ਨੂੰ ਸਿਖਾ ਕੇ ਜਾਵਾਂ ਤਾਂ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਕਿਤੇ ਨਾ ਕਿਤੇ ਇੱਕ ਪੋਜ਼ੀਟਿਵ ਪਾਵਰ ਆ ਸਕੇ, ਜੋ ਕਿ ਤੁਸੀਂ ਇਸ ਟਾਈਮ ਕਰ ਰਹੇ ਹੋ। ਸਰ ਇਹ ਮੋਟੀਵੇਸ਼ਨ ਜਿਹੜਾ ਦੇਣਾ ਆ ਇਹ ਵੀ ਆਪਣੇ ਆਪ ਦੇ ਵਿੱਚ ਅੱਜ ਇੱਕ ਚੈਲੰਜ ਹੋ ਚੁੱਕਿਆ। ਲੇਕਿਨ ਇਸ ਚੈਲੰਜ ਦੇ ਲਈ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਜੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਜਿਨ੍ਹਾਂ ਕੋਲ ਲੱਖਾਂ ਐਕਸਕਿਊਜ਼ਿਸ ਨੇ, ਜੋ ਤੁਹਾਡੀ ਉਮਰ ਦੇ ਜੇ ਜਿਨ੍ਹਾਂ ਕੋਲ ਲੱਖਾਂ ਐਕਸਕਿਊਜ਼ਿਸ ਨੇ, ਚਾਹੇ ਉਹ ਵੈਲਿਡ ਹੋਣਗੇ ਲੇਕਿਨ ਬਾਵਜੂਦ ਉਸਦੇ ਕਿਤੇ ਨਾ ਕਿਤੇ ਆਪਣੇ ਆਪ ਦੇ ਨਾਲ ਪਿਆਰ ਘਟ ਰਿਹਾ ਹੈ, ਜਿਸ ਨੂੰ ਤੁਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਵੰਡਣ ਦੀ ਕੋਸ਼ਿਸ਼ ਵੀ ਕਰ ਰਹੇ ਹੋ। ਮੈਂ ਆਪਣੇ ਪਰਿਵਾਰ ਦੀ ਗੱਲ ਕਰਦਾ। ਇਹ WhatsApp ਹੈ, कोई भी जाप साहब है या जपजी साहब है या कोई कथा बाबा ਬੰਤਾ ਸਿੰਘ जी ਦੀ ਹੈ ਜਾਂ ਚੰਗੀ ਗੱਲ ਹੈ, ਉਹ ਹਮੇਸ਼ਾ ਮੈਂ ਟੈਕਸਟ ਕਰਦਾ ਆਪਣੇ ਪਰਿਵਾਰਕ ਮੈਂਬਰ ਨੂੰ, ਵਾਈਫ ਨੂੰ, ਤਿੰਨਾਂ ਬੇਟਿਆਂ ਨੂੰ, ਦੋਨੋਂ ਬੇਟੀਆਂ ਨੂੰ ਅਤੇ ਮੇਰੀ ਹੇਜ਼ਲ ਬਿਟਿਆ ਯੂਵੀ ਦੀ ਵਾਈਫ। ਇਹਨਾਂ 7 ਬੰਦਿਆਂ ਨੂੰ ਮੈਂ ਉਹ WhatsApp ਕਰਦਾ ਔਰ ਥੱਲੇ ਲਿਖਦਾ ਬੇਟਾ ਇਹਨੂੰ ਸੁਣਨਾ ਜ਼ਰੂਰ। ਸੋ ਮੈਂ ਕੋਸ਼ਿਸ਼ ਪਹਿਲਾਂ ਆਪਣੇ ਪਰਿਵਾਰ ਤੋਂ ਸ਼ੁਰੂ ਕੀਤੀ ਅਤੇ ਮੈਂ ਪੁੱਛਦਾ ਸੁਣਿਆ? ਉਹ ਪਾਪਾ ਟਾਈਮ ਨਹੀਂ ਮਿਲਿਆ, ਉਹ ਫਲਾਣੇ ਨੇ। ਅੱਛਾ ਬੇਟਾ ਸੁਣਿਆ ਕਰੋ। ਮੈਨੂੰ ਕੋਈ ਵੀ ਚੀਜ਼ ਚੰਗੀ ਲੱਗਦੀ, ਕਥਾ, ਕੋਈ ਪਾਠ, ਕੋਈ ਪੂਜਾ, ਜਦ ਵੀ WhatsApp 'ਤੇ ਮੈਂ ਹੋਰ ਕੁਝ ਵੀ ਨਹੀਂ ਦੇਖਦਾ, ਮੈਂ ਉਹ ਟੈਕਸਟ ਕਰਦਾ ਰਹਿੰਦਾ। ਫਿਰ ਮੈਂ ਕੀ ਸ਼ੁਰੂ ਕੀਤਾ, ਉਹ ਚੀਜ਼ਾਂ ਟੈਕਸਟ ਮੈਂ ਕਰਨੀਆਂ ਲੋਕਾਂ ਨੂੰ ਸ਼ੁਰੂ ਕੀਤੀਆਂ ਜਿਹੜੇ ਮੇਰੇ ਨਾਲ ਅਟੈਚ ਨੇ। ਤੁਸੀਂ ਯਕੀਨ ਕਰਨਾ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਨੂੰ ਬਦਲ ਲਿਆ। ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਜੀ ਅਸੀਂ ਵੀ ਤੁਹਾਡੇ ਵਾਂਗੂ ਜੀਣਾ ਚਾਹੁੰਦੇ ਹਾਂ। ਮੈਂ ਇਹ ਕਹਿਣਾ ਕਿ ਜੇ ਮੈਂ ਪਰਫੈਕਟ ਨਹੀਂ ਹਾਂ, ਹੋ ਸਕਦਾ ਮੇਰਾ ਜੀਣਾ ਦੁਨੀਆ ਵਾਸਤੇ ਠੀਕ ਨਾ ਹੋਵੇ, ਪਰ ਮੈਂ ਇੰਨਾ ਜ਼ਰੂਰ ਕਹੂੰਗਾ, ਤੁਹਾਨੂੰ ਵੀ ਕਹੂੰਗਾ, ਸਭ ਨੂੰ ਕਹੂੰਗਾ, ਜਿਸ ਬੰਦੇ ਨੇ ਆਪਣੇ ਪਿਤਾ ਦੀ ਉਂਗਲ ਫੜੀ ਹੈ, ਪਹਿਲਾਂ ਦੱਸੋ ਵੀ ਪਿਤਾ ਹੈ ਕਿਹੜਾ ਤੁਹਾਡਾ? ਉਹੀ ਹੈ ਜਿਹਨੇ ਸਭ ਸੰਸਾਰ ਬਣਾਇਆ। ਜਸਟ ਇਮੈਜਨ ਕਰੇ, ਦੇਖੋ ਨੇ ਕੀ ਕੀ ਕੀਤਾ ਹੈ। ਜੇ ਉਹਦੀ ਉਂਗਲ ਫੜੀ ਹੈ, ਵੀ ਆਰ ਫੋਲੋਇੰਗ ਦੀ ਪਾਥ ਆਫ ਦੀ ਗੋਡ, ਉਹਨੂੰ ਅਸੀਂ ਫੋਲੋ ਕਰ ਰਹੇ ਹਾਂ, ਉਹਦੇ ਦੱਸੇ ਹੋਏ ਕਦਮਾਂ 'ਤੇ ਚੱਲ ਰਹੇ ਹਾਂ। ਯਕੀਨ ਕਰਨਾ ਤੁਸੀਂ ਦੁਨੀਆ ਦੇ ਵਿੱਚ ਤੁਹਾਡੀ ਜੈ ਜੈਕਾਰ ਹੋਊਗੀ, ਲੋਕ ਤੁਹਾਨੂੰ ਫੋਲੋ ਕਰਨਗੇ। ਜਦ ਵੀ ਤੁਸੀਂ ਗੁਰੂਆਂ ਦੇ ਦੱਸੇ ਹੋਏ ਰਸਤਿਆਂ ਤੋਂ, ਰੱਬ ਦੇ ਦੱਸੇ ਹੋਏ ਰਸਤਿਆਂ ਤੋਂ ਭਟਕੋਗੇ, ਕੋਈ ਇਹੋ ਜਿਹੇ ਕੰਮ ਕਰੋਗੇ ਜ਼ਿੰਦਗੀ ਜਿਹੜੇ ਤੁਹਾਨੂੰ ਨਹੀਂ ਕਰਨੇ ਚਾਹੀਦੇ, ਤੁਹਾਡੀ ਆਤਮਾ ਤੁਹਾਨੂੰ ਕਹਿੰਦੀ ਹੈ ਨਾ ਕਰ, ਤੁਸੀਂ ਕਹਿੰਦੇ ਲੈ ਕਿਹੜਾ ਦੇਖਦਾ। ਜਦ ਤੁਸੀਂ ਉਹ ਚੀਜ਼ ਉਸ ਖੁਦਾ ਤੋਂ ਦੂਰ ਹੋ, ਉਸ ਪਰਮਾਤਮਾ ਤੋਂ ਦੂਰ, ਦੇਖੋ ਬੜੀ ਵੱਡੀ ਗਲਤ ਫਹਿਮੀ ਹੈ। ਕੋਈ ਜੀ ਤਖਤੋ ਤਾਜ ਦਾ ਮਾਲਕ ਹੈ, ਔਰੰਗਜ਼ੇਬ ਤੋਂ ਲੈ ਕੇ ਪਿੱਛੇ ਚਲੇ ਜਾਓ ਗਜ਼ਨੀ ਤੱਕ, ਹਿੰਦੁਸਤਾਨ ਦੇ ਦੁਨੀਆ ਦੇ ਤਖਤੋ ਤਾਜ, ਹਿੰਦੁਸਤਾਨ ਕੀ ਦੁਨੀਆ ਦੇ ਤਖਤੋ ਤਾਜ। ਉਹਨਾਂ ਨੇ ਸਮਝਿਆ ਵੀ ਮੈਂ ਹੀ ਹੈ, ਮੈਂ ਹੀ ਰੱਬ ਹਾਂ, ਮੈਂ ਹੀ ਚੰਦ ਸੂਰਜ ਚਲਾਉਣਾ, ਮੈਂ ਹੀ ਦੁਨੀਆ, ਕਿਉਂਕਿ ਉਹ ਤਾਕਤ ਹੀ ਐਸੀ ਹੈ। ਲੇਕਿਨ ਉਹ ਤਪ ਕਰਕੇ ਰਾਜ ਮਿਲਿਆ, ਫਿਰ ਰਾਜੋ ਨਰਕ ਬਣਾ ਲਿਆ। ਕਿਉਂ? ਕਿਉਂਕਿ ਰੱਬ ਨੂੰ ਆਪਾਂ ਨਹੀਂ ਪੂਜਿਆ। ਕਈ ਰਾਜ ਲੈ ਕੇ ਫਕੀਰ ਬਣ ਜਾਂਦੇ, ਗੁਰੂ ਗੋਬਿੰਦ ਸਿੰਘ ਜੀ ਤਰ੍ਹਾਂ ਜਾਂ 10 ਗੁਰੂਆਂ ਦੀ ਤਰ੍ਹਾਂ। ਸੋ ਮੈਂ ਸਮਝਦਾ, ਜਦ ਮੈਂ ਕਲਾਕਾਰ ਦੀ ਸੀ ਗੱਲ ਕੀਤੀ, ਮੈਂ ਕਾਹਦਾ ਆਰਟਿਸਟ ਹਾਂ? ਮੈਂ ਕਿਸੇ ਸਕੂਲ 'ਚ ਨਹੀਂ ਗਿਆ, ਮੈਂ ਕੋਈ ਕਿਤਾਬ ਨਹੀਂ ਪੜ੍ਹੀ, ਮੈਨੂੰ ਆਰਟ ਦੀ ABC ਨਹੀਂ ਆਉਂਦੀ, ਮੈਨੂੰ ਡਾਇਲੋਗ ਬੋਲਣਾ ਨਹੀਂ ਆਉਂਦਾ, ਮੇਰੀ ਸ਼ਕਲ ਸੂਰਤ ਨਹੀਂ, ਮੈਨੂੰ ਚੱਲਣਾ ਨਹੀਂ ਆਉਂਦਾ। ਮੈਂ ਦੱਸੋ ਕਾਹਦਾ ਐਕਟਰ ਹਾਂ? ਜਿਹੜੇ ਐਕਟਰਾਂ ਨੇ ਸਟੇਜਾਂ ਕਰ ਮਿਹਨਤਾਂ ਕਰ ਸੁਪਰ ਡੁਪਰ ਸਟਾਰ ਬਣੇ, ਦੇ ਡਿਜ਼ਰਵ ਇਟ।
ਪਰ ਮੈਂ ਤਾਂ ਕੁਝ ਵੀ ਨਹੀਂ ਕੀਤਾ। ਮੈਨੂੰ ਜੇ ਰੱਬ ਨੇ ਇਸ ਬੰਦੇ ਨੂੰ ਜਿਹਨੂੰ ਕਲਾਕਾਰੀ ਦੀ ABC ਨਹੀਂ ਆਉਂਦੀ ਉਹਨੂੰ ਐਡਾ ਮੁਕਾਮ ਦਿੱਤਾ ਤੇ ਕਿਸ ਤਰ੍ਹਾਂ ਹੋ ਗਿਆ। ਜਾਂ ਦੁਨੀਆ ਦੇ ਵੱਡੇ ਵੱਡੇ ਸਪੋਰਟਸਮੈਨ, ਕਲਾਕਾਰ, ਲੈਜੈਂਡ, ਜੋ ਵੀ ਪੀਪਲ ਲਾਈਕ ਅਮਿਤਾਭ ਬੱਚਨ, ਅਲ ਪਚੀਨੋ, ਦਿਲੀਪ ਕੁਮਾਰ, ਐਵਰੀਬਡੀ, ਜੇ ਉਹ ਕਹਿਣ ਵੀ ਹਮ ਬਹੁਤ ਬੜੀ ਚੀਜ਼ ਹੈ, ਉਹ ਦਿਨ ਖਤਮ ਤੇ ਫਿਨਿਸ਼ਡ। ਆਈ ਬਿਲੀਵ ਕਿ ਤੁਸੀਂ ਜਦ ਵੀ ਕਹਿੰਦੇ ਹੋ ਪਰਮਾਤਮਾ ਤੂੰ ਕਰਾਉਣਾ, ਮੈਨੂੰ ਨਹੀਂ ਪਤਾ ਤੂੰ ਕਰਾਉਣਾ, ਮੈਨੂੰ ਨਹੀਂ ਆਉਂਦਾ। ਮੈਂ ਤੇ ਹਮੇਸ਼ਾ ਹੀ, ਮੈਨੂੰ ਗੁਰੂ ਮਹਾਰਾਜ ਨੇ ਐਸੀ ਬਖਸ਼ਿਸ਼ ਕੀਤੀ ਹੈ, ਮੈਂ ਕਿਹਾ ਜੀ ਮੈਨੂੰ ਤੁਸੀਂ ਮੈਨੂੰ ਸ਼ੂਟਿੰਗ 'ਤੇ ਭੇਜ ਦਿਓ ਕਿ ਆਹ ਸੀਨ ਹੈਗਾ ਅਤੇ ਕੈਮਰਾ ਆਨ ਹੈ ਅਤੇ ਮੈਨੂੰ ਨਾ ਭਾਜਣਾ ਪੈ ਜਾਂਦੀਆਂ ਨੇ। ਮੈਂ ਆਈ ਐਮ ਓਨੈਸਟ ਵਾਟ ਆਮ ਟੈਲਿੰਗ ਯੂ। ਅਤੇ ਮੈਂ ਨਾ ਫਿਰ ਕਹਿੰਦਾ ਯਾਰ ਜਾਓ ਤੁਸੀਂ ਵੈਨਿਟੀ ਫੇਅਰ ਤੋਂ ਬਾਹਰ। ਮੈਂ ਥੋੜ੍ਹਾ ਜਿਹਾ ਪੜ੍ਹ ਲਿਆ, ਦੇਖ ਲਿਆ, ਰਜਿਸਟਰ ਕਰ ਲਿਆ। ਮੈਂ ਕਿਹਾ ਮਹਾਰਾਜ ਮੇਰੀ ਪੱਗ ਦਾ ਸਵਾਲ ਹੈ, ਬੇਇੱਜ਼ਤੀ ਨਾ ਕਰਾਇਓ, ਮੈਂ ਦੂਜੇ ਟੇਕ ਨਹੀਂ ਦੇਣਾ, ਤੁਸੀਂ ਕਰਾ। ਤੁਸੀਂ ਬਿਲੀਵ ਕਰਿਓ ਮੈਂ 5-5, 10-10 ਪੇਜਾਂ ਦੇ ਡਾਇਲੋਗਸ ਬੋਲਦਾ ਸੀ, ਅੱਜ ਵੀ ਬੋਲ ਲੈਣਾ ਵਿਦਆਊਟ ਕੱਟ, ਵਿਦਆਊਟ ਟੇਕ। ਭਾਜੀ ਕਮਾਲ ਕਰਦੀ। ਮੈਂ ਕਮਾਲ ਮੈਂ ਨਹੀਂ ਕੀਤੀ, ਕਮਾਲ ਉਹ ਕਰ ਰਿਹਾ। ਸੋ ਆਈ ਥਿੰਕ ਜਿਹੜਾ ਬੰਦਾ ਬਹੁਤ ਨੀਵਾਂ ਹੈ, ਡਾਊਨ ਟੂ ਅਰਥ ਹੈ, ਭਾਵੇਂ ਕਿੱਡਾ ਵੀ ਵੱਡਾ, ਹੀ ਮੇ ਬੀ ਦ ਰਿਚੈਸਟ ਮੈਨ ਇਨ ਦ ਵਰਲਡ, ਹੀ ਮੇ ਬੀ ਨੋਨ ਐਜ਼, ਜਿਹਨੂੰ ਦੇਵੀ ਦੇਵਤੇ ਵੀ ਸਲਾਮ ਕਰਦੇ ਹੋਣ, ਬ੍ਰਹਮੰਡ ਦਾ ਬਾਦਸ਼ਾਹ ਹੋਵੇ, ਦੁਨੀਆ ਉਹਦੇ ਮਗਰ ਹੋਵੇ, ਸਾਰੀ ਦੁਨੀਆ ਚੱਲਦੀ ਹੋਵੇ, ਜਦ ਤੱਕ ਰੱਬ ਦੀ ਨਜ਼ਰ ਦੇ ਥੱਲੇ ਨਹੀਂ ਉਹਦੀ ਬਾਤ ਨਾ ਪੁੱਛੇ ਕੋਈ। ਉਹਦੀ ਨਜ਼ਰ ਦੇ ਥੱਲੇ ਰਹਿਣਾ ਬਹੁਤ ਜ਼ਰੂਰੀ ਹੈ। ਉਹਦੀ ਨਜ਼ਰ ਹੈ ਤਾਂ ਪਹਿਲਾਂ ਤੁਹਾਨੂੰ ਨੀਵਾਂ ਕਰੇਗਾ, ਪਿਆਰ ਭਾਵਨਾ ਦੇਵੇਗਾ। ਰਜਨੀਕਾਂਤ, ਮੈਂ ਸ਼ੂਟਿੰਗ ਕਰ ਰਿਹਾ ਦਰਬਾਰ ਦੀ ਐਗਜ਼ਾਮਪਲ ਦੇਣਾ, ਤੁਸੀਂ ਆਰਟਿਸਟ ਦੀ ਗੱਲ ਕੀਤੀ। ਮੈਂ ਸੋਚਿਆ ਰਜਨੀਕਾਂਤ ਆਊਗਾ, 10 ਗੱਡੀਆਂ ਆ ਕੇ 10-20 ਉਹ ਕਾਫਲਾ ਆਊਗਾ, ਇੱਕ ਐਂਬੈਸਡਰ ਟੁੱਟੀ 'ਚ ਬੰਦਾ ਆਇਆ, 2 ਵਿਚਾਰੀ ਬੀਬੀਆਂ, ਇੱਕ ਵਿਗ ਸੰਭਾਲਦੀ ਹੈ, ਇੱਕ ਮੇਕਅਪ ਵਾਲੀ ਹੈ, ਇੱਕ ਡਰਾਈਵਰ, ਧੋਤੀ ਪਾਈ ਹੈ, ਇੱਥੇ ਬਾਲ ਤੋਂ ਗੰਜਾ ਉੱਠੇ, ਨਮਸਕਾਰ। ਮੈਂ ਕਿਹਾ ਯਾਰ ਕੋਈ ਸਿਕਿਉਰਿਟੀ ਨਹੀਂ, ਕੁਛ ਚਲੇ ਗਏ। ਮੈਂ ਕਿਹਾ ਵੀ ਇਸ ਬੰਦੇ ਨੂੰ ਮਿਲਣਾ। ਉਹ ਜੀ ਸੈੱਟ 'ਤੇ ਆਏ, ਜ਼ਮੀਨ ਨੂੰ ਹੱਥ ਲਾਇਆ, ਖੜ ਗਿਆ। ਮੈਂ ਤਾਂ ਜਾ ਕੇ ਜੀ ਉਹਦੇ ਪੈਰ ਫੜ, ਮੈਨੂੰ ਨੇ ਜੱਫੀ 'ਚ ਪੈ ਲਿਆ। ਮੈਨੂੰ ਕਹਿੰਦਾ मैं उस आदमी को अपनी छाती से लगाया जिस आदमी ने हमें हीरे जैसा बेटा दिया देश के लिए। वो बैठा रहा जी, बैठा अखा मीच पिया करे। मैं देखा 4 दिन असीं इकट्ठे रहे, शूटिंग की। मैं क्या महाराज ये बंदा तो देवता है, वाकई इसकी पूजा होंदी है, वाकई मंदिर बने हुए हैं, ਉਹਨੂੰ लोग रब समझते इस करके क्योंकि वो रब वर्गा ही है। ਇੰਨਾ ਡਾਊਨ ਟੂ ਅਰਥ, ਇੰਨਾ ਵਧੀਆ ਬੰਦਾ, ਮਤਲਬ ਆਈ ਲਰਨ ਸੋ ਮਚ ਫਰੋਮ ਹਿਮ। ਸੋ ਮੈਂ ਸਮਝਦਾ ਨੀਵਾਂ ਰਹਿਣਾ, ਜਿੰਨਾ ਮਰਜ਼ੀ ਰੱਬ ਤੁਹਾਨੂੰ ਦੇ ਦੇ, ਅਤੇ ਆਪਣੇ ਪਿਓ ਦੀ ਉਂਗਲ ਫੜ ਕੇ ਚੱਲਣਾ, ਉਹਦੀ ਰਜ਼ਾ 'ਚ ਰਹਿਣਾ, ਦੈਟਸ ਵਾਟ ਵੀ ਹੈਵ ਟੂ ਲਰਨ। ਬਾਕੀ ਤਾਂ ਸਭ ਝੂਠ, ਇੱਥੇ ਰਹਿਣਾ ਬੇਟਾ ਕੱਖ। ਜੀ ਤੁਸੀਂ ਪਰਮਾਤਮਾ ਨਾਲ ਹਰ ਗੱਲ ਜੋੜਦੇ ਹੋ, ਮੈਂ ਵੀ ਇਸ ਗੱਲ 'ਚ ਬਹੁਤ ਬਿਲੀਵ ਕਰਦੀ ਹਾਂ ਸਰ। ਸ਼ਾਨ ਸ਼ੌਕਤ ਹੈ, ਪਰਮਾਤਮਾ ਦੀ ਮਿਹਰ ਹੈ, ਪਰਿਵਾਰ ਹੈ, ਸਭ ਕੁਝ ਹੈ, ਬਾਵਜੂਦ ਇਸ ਦੇ ਹੁਣ ਇਸ ਏਜ ਦੇ ਵਿੱਚ ਤੁਸੀਂ ਦਹਾਕੇ ਹੰਡਾਏ ਨੇ, ਦਹਾਕਾ ਨਹੀਂ ਦਹਾਕੇ ਹੰਡਾਏ ਨੇ, ਅਤੇ ਤੁਸੀਂ ਨਾ ਡਰਾਈਵਰ ਰੱਖਣਾ ਪਸੰਦ ਕਰਦੇ ਹੋ, ਨਾ ਤੁਸੀਂ ਘਰ ਦੇ ਵਿੱਚ ਕੋਈ ਸਰਵੈਂਟ ਰੱਖਣਾ ਪਸੰਦ ਕਰਦੇ ਹੋ, ਨਾ ਮੇਡ ਰੱਖਣਾ ਪਸੰਦ ਕਰਦੇ ਹੋ। ਕੁਕਿੰਗ ਆਪ ਕਰਨਾ ਤੁਸੀਂ, ਤੁਹਾਨੂੰ ਲੱਗਦਾ ਕਿ ਮੈਨੂੰ ਆਪਣੇ ਹਿਸਾਬ ਨਾਲ, ਆਪਣੇ ਡਾਇਟ ਦੇ ਹਿਸਾਬ ਨਾਲ ਫੋਕਸ ਕਰਨਾ ਚਾਹੀਦਾ, ਵਿਚ ਇਜ਼ ਵੈਰੀ ਮਚ ਰਿਕੁਆਇਰਡ ਈਵਨ ਦੋ, ਹੈ ਨਾ। ਇਸ ਏਜ ਦੇ ਵਿੱਚ ਵਨ ਮੈਨ ਆਰਮੀ ਬਣ ਕੇ ਤੁਰ ਰਹੇ ਹੋ ਤੁਸੀਂ, ਕਈਆਂ ਲਈ ਮਿਸਾਲ ਬਣ ਰਹੇ ਹੋ, ਲੇਕਿਨ ਉਸ ਤੋਂ ਬਾਵਜੂਦ ਵੀ ਦਿਲ 'ਚ ਕੁਛ ਹੈ ਜੋ ਦੱਬਿਆ ਹੋਇਆ ਹੈ। हाँ बहुत कुछ है, और सच है कि जो कुछ इस जिंदगी के रस्ते ते चलते 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 बिछड़ गया है, पिछे रह गया है, मैं उन्हें नाल लेके तुरना चाहता। मैं दुनिया 'ਚ जावां तो शायद किसी को एहसास ना होवे कि मैनू छड्ड गया। मैं हर उस जर्रे नूं नाल मिला के तुरना चाहुंदा ਜਿਹਦੇ ਨਾਲ ਦੁਨੀਆ ਦੇ ਵਿੱਚ ਮੇਰੀ ਜੈ ਜੈਕਾਰ ਹੋਵੇ। ਫੋਰ ਐਗਜ਼ਾਮਪਲ ਮੇਰੇ ਮਨ 'ਚ ਇੱਛਾ ਜਾਗਦੀ ਹੈ ਕਿ ਮੈਂ ਔਸਕਰ ਜਿੱਤਾਂ, ਭੁੱਖ, ਮੈਂ ਬਹੁਤ ਵੱਡਾ ਆਰਟਿਸਟ ਬਣਾ, ਮੇਰੇ ਕੋਲ ਹਜ਼ਾਰਾਂ ਫਿਲਮਾਂ ਹੋਣ, ਮੈਨੂੰ ਲੋਕ ਕਹਿਣ ਵਾਹ ਵਾਹ, ਮੈਂ ਉਤਰਾਂ ਹੈਲੀਕਾਪਟਰ ਤੋਂ, ਫਲਾਣਾ ਲੋਕ ਹੀ ਖੜੇ ਦੇਖ ਰਹੇ। ਇਹ ਮੇਰੀ ਡਰੀਮਸ, ਮੇਰੇ ਪਰਿਵਾਰ ਦੇ ਇੱਕ ਬੱਚੇ ਦਾ ਦੁਨੀਆ 'ਚ ਨਾਮ ਹੋਣਾ ਚਾਹੀਦਾ। ਮੇਰੀ ਫੈਮਿਲੀ ਇੱਕ ਐਗਜ਼ੈਂਪਲ ਫੈਮਿਲੀ ਹੋਣੀ ਚਾਹੀਦੀ ਵਰਲਡ ਦੇ ਵਿੱਚ। ਇੱਛਾਵਾਂ ਨੇ, ਔਰ ਬਹੁਤ ਸਾਰੇ ਐਸੇ ਕਰਮ ਜਿਹੜੇ ਮੈਂ ਕਰ ਚੁੱਕਿਆ, ਬਹੁਤ ਸਾਰੇ ਐਸੇ ਰਸਤੇ ਜਿਹੜੇ ਮੈਂ ਛੱਡ ਚੁੱਕਿਆ, ਉਹ ਮੈਨੂੰ ਤਕਲੀਫ ਦਿੰਦੇ। ਮੈਂ ਰਾਤ ਨੂੰ ਕਈ ਵਾਰੀ ਵੀ ਜਾਗ ਖੁੱਲ੍ਹ ਜਾਂਦੀ ਹੈ ਕਿ ਯਾਰ ਉੱਥੇ ਮੈਂ ਗਲਤੀ ਕਰ ਲਈ, ਉੱਥੇ ਮੈਂ ਗੁਨਾਹ ਕਰ ਲਿਆ, ਉੱਥੇ ਮੈਂ ਕਿਸੇ ਦਾ ਦਿਲ ਦੁਖਾਇਆ, ਉੱਥੇ ਮੈਂ ਕਿਸੇ ਨੂੰ ਆਹ ਛੱਡਿਆ, ਮੈਂ ਉੱਥੇ ਛੱਡਿਆ। ਮੈਂ ਉਸ ਸਭ ਨੂੰ ਰੀਕਨਸਾਈਲ ਕਰਕੇ ਰੱਬ ਤੋਂ ਰੋਜ਼ ਮਾਫੀ ਮੰਗਦਾ। ਮਹਾਰਾਜ
ਮੇਰੇ ਕੀਤੇ ਹੋਏ ਗੁਨਾਹ ਤੇ ਮੇਰੀਆਂ ਗਲਤੀਆਂ ਤੁਸੀਂ ਮਾफ़ ਕਰਿਓ। ਤਮਾਮ ਉਸ ਬੰਦੇ ਨੂੰ ਮੇਰੇ ਨਾਲ ਜੋੜ ਕੇ ਰੱਖਿਓ। ਮੈਂ ਦੁਬਾਰਾ ਪਿਆਰ ਪਾ ਕੇ ਉਹਨਾਂ ਰਾਹਾਂ ਦੇ ਵਿੱਚ ਜਾ ਕੇ ਉਹ ਲੋਕਾਂ ਤੋਂ ਮਾफ़ੀ ਮੰਗਣਾ ਚਾਹੁੰਦਾ, ਹੱਥ ਜੋੜ ਕੇ, ਪੈਰੀ ਹੱਥ ਲਾ ਕੇ ਕਿ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਹੈ, ਮੈਨੂੰ ਮਾफ़ ਕਰ ਦਿਓ। ਉਹ ਕੋਈ ਵੀ ਹੈ, ਮੇਰੇ ਮਨ 'ਚ ਕਿਸੇ ਬਾਰੇ ਕੋਈ ਵੈਂਜੈਂਸ ਨਹੀਂ, ਮੇਰੇ ਮਨ 'ਚ ਕਿਸੇ ਬਾਰੇ ਕੋਈ ਈਰਖਾ ਨਹੀਂ, ਕੁਛ ਨਹੀਂ। ਮੈਂ ਸਭ ਨੂੰ ਬੜਾ ਪਿਆਰ ਕਰਦਾ, ਮੈਂ ਰੱਬ ਸਭ ਨੂੰ ਤਰੱਕੀ ਦੇਵੇ। ਬਟ ਹਾਂ, ਜਿਹੜੀ ਗੱਲ ਤੁਸੀਂ ਪੁੱਛੀ ਹੈ, ਕੁਛ ਜ਼ਿੰਦਗੀ ਦੇ ਐਸੇ ਚੀਜ਼ਾਂ ਨੇ, ਪਲ ਨੇ ਜਿਹੜੇ ਅਜੇ ਤੱਕ ਮੈਨੂੰ ਬਹੁਤ ਦਰਦ ਦਿੰਦੇ ਨੇ, ਬਹੁਤ ਪੇਨ ਕਰਦੇ ਨੇ। ਮੇਰਾ ਬੜਾ ਜ਼ਹਿਨ ਦੇ ਵਿੱਚ ਮੈਂ ਕਈ ਵਾਰੀ ਤਪ ਕੇ ਉੱਠਦਾ ਕਿ ਇਸ ਤਰ੍ਹਾਂ ਕਿਉਂ ਮੇਰੇ ਤੋਂ ਹੋਇਆ, ਮੈਂ ਇਸ ਤਰ੍ਹਾਂ ਕਿਉਂ ਕੀਤਾ। ਕਹਿੰਦੇ ਨੇ ਕਿ ਜਦ ਤੁਸੀਂ ਅਹਿਸਾਸ ਕਰਨਾ ਸ਼ੁਰੂ ਕਰਦੇ ਹੋ, ਜਦ ਤੁਸੀਂ ਆਪਣੀ ਗਲਤੀਆਂ ਤਾਂ ਗੁਨਾਹਾਂ ਦਾ ਅਹਿਸਾਸ ਕਰਨਾ ਸ਼ੁਰੂ ਕਰਦੇ ਹੋ, ਉਸ ਰੱਬ ਤੋਂ ਮਾफ़ੀ ਮੰਗੋ ਤਾਂ ਖੁਦਾ ਤੁਹਾਨੂੰ ਮਾफ़ ਕਰ ਦਿੰਦਾ। ਸੋ ਮੈਂ ਤਮਾਮ ਉਹਨਾਂ ਲੋਕਾਂ ਤੋਂ ਮਾफ़ੀ ਮੰਗਣਾ ਚਾਹੁੰਦਾ ਜਿਨ੍ਹਾਂ ਦਾ ਦਿਲ ਮੇਰੇ ਕਰਕੇ ਟੁੱਟਿਆ, ਮੇਰੇ ਕਰਕੇ ਉਹਨਾਂ ਦੇ ਕੁਛ ਰਸਤੇ ਉਹ ਭਟਕੇ, ਔਰ ਜਿਨ੍ਹਾਂ ਨੂੰ ਸ਼ਾਇਦ ਮੈਂ ਛੱਡ ਕੇ ਅੱਗੇ ਤੁਰ ਗਿਆ। ਮੇਰੀ ਇੰਟੈਂਸ਼ਨ ਨਹੀਂ ਸੀ, ਪਰ ਮੇਰੇ ਹਾਲਾਤ ਕੁਛ ਐਸੇ ਸੀ। ਉਹਨਾਂ ਨੂੰ ਮੈਂ, ਉਹ ਜਿਹੜੇ ਦਰਦ ਨੇ ਮੇਰੇ ਸੀਨੇ 'ਚ, ਉਹਨਾਂ ਨੂੰ ਮੈਂ ਇਕੱਠਾ ਕਰਕੇ ਇੱਕ ਗੁਲਦਸਤੇ 'ਚ ਬੰਨ੍ਹ ਕੇ ਜਾਣਾ ਚਾਹੁੰਦਾ। ਸਰ, ਦਿਲੋਂ ਦੁਆ ਹੈ ਕਿ ਜੋ ਸਕੂਨ ਔਰ ਜੋ ਵੀ ਤੁਹਾਡੇ ਦਿਲ ਦੀ ਚਾਹਤ ਹੈ ਉਹ ਜ਼ਰੂਰ ਮੁਕੰਮਲ ਹੋਵੇ। ਕਮਿੰਗ ਬੈਕ ਟੂ ਫਿਟਨੈਸ, ਆਪਾਂ ਇਸ ਟਾਈਮ ਜਿਮ 'ਤੇ ਬੈਠੇ ਹੋਏ ਹਾਂ। ਸਰ, ਕਿੰਨੇ ਆਵਰਸ ਤੁਸੀਂ ਜਿਮ ਦੇ ਵਿੱਚ ਤੁਹਾਡੇ ਲੱਗਦੇ ਨੇ ਵਰਕਆਊਟ ਦੇ ਵਿੱਚ? ਅਕੋਰਡਿੰਗ ਟੂ ਆਦੇਸ਼ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਘੰਟੇ ਤੋਂ ਜ਼ਿਆਦਾ ਐਕਸਰਸਾਈਜ਼ ਨਹੀਂ ਕਰਨੀ। ਤੁਸੀਂ ਆਹ ਡਾਈਟ ਦਿੱਤੀ ਹੈ, 2 ਮਹੀਨੇ ਹੋ ਗਏ, ਪਰ ਆਮ ਫੀਲਿੰਗ ਸੋ ਫਿਟ ਕਿ ਜਦ ਮੈਂ ਐਕਸਰਸਾਈਜ਼ ਸ਼ੁਰੂ ਕਰਦਾ ਨਾ, ਮੈਨੂੰ ਪਤਾ ਨਹੀਂ ਲੱਗਦਾ ਕੀ ਹੋ ਰਿਹਾ। ਮੈਂ ਬਿਯੋਂਡ ਬਾਉਂਡ ਅਜੇ ਵੀ ਚਲੇ ਜਾਂਦਾ, ਔਰ ਮੈਨੂੰ ਪਹਿਲਾਂ ਥਕਾਵਟ ਹੁੰਦੀ ਸੀ, ਹੁਣ ਥਕਾਵਟ ਨਹੀਂ ਹੁੰਦੀ। ਤੁਸੀਂ ਬਿਲੀਵ ਕਰਨਾ, ਮੇਰੀਆਂ ਕਈ ਦਵਾਈਆਂ ਛੁੱਟ ਗਈਆਂ। ਬਲੱਡ ਪ੍ਰੈਸ਼ਰ ਦੀ ਦਵਾਈ ਛੁੱਟ ਗਈ ਹੈ, ਫਲਾਨੀ ਦਵਾਈ ਛੁੱਟ ਗਈ। ਮੈਂ ਬੁੱਕ ਭਰ ਕੇ ਦਵਾਈਆਂ ਦਾ ਖਾਂਦਾ ਹੁੰਦਾ ਸੀ। ਆਹ ਲਾੜਾ ਪ੍ਰੋਬਲਮਸ ਉਹ ਸਾਰੀਆਂ ਖਤਮ ਹੋ ਗਈਆਂ। ਸਿਰਫ ਇੱਕ ਅੱਧੀ ਗੋਲੀ ਹੈਗੀ, ਉਹ ਵੀ ਮੈਂ ਜੇ ਨਹੀਂ ਖਾਂਦਾ ਤਾਂ ਨਾ ਸੀ। ਪਹਿਲਾਂ ਮੈਂ ਸਪਰੇਅ ਲੈਂਦਾ ਸੀ, ਦਮਾ ਸੀ, ਮੈਨੂੰ ਬਹੁਤ ਕੁਛ ਸੀ, ਸੋ ਸਿੱਕ, ਅਤੇ ਉਹ ਸਾਰੀ ਸਿਕਨੈਸ ਚਲੀ ਗਈ। ਆਈ ਫੀਲ ਸੋ ਲਾਈਟ, ਆਈ ਫੀਲ ਦੈਟ ਆਈ ਐਮ ਦ ਸੇਮ। ਮੇਰੇ ਢਿੱਡ ਦਾ ਆਪਰੇਸ਼ਨ ਹੋਇਆ, ਮੇਰੇ 900 ਟਾਂਕੇ ਲੱਗੇ ਹੋਏ ਆ, ਮੇਰੇ ਥਰੋਟ ਦੇ ਵਿੱਚ ਐਡਾ ਵੱਡਾ ਟਿਊਮਰ ਸੀ, ਉਹ ਹੋਇਆ, ਟੋਰ ਅਪਾਰਟ ਹੋਇਆ ਮੇਰਾ। ਮੈਂ 2 ਵਾਰੀ ਡੈਥ ਬੈੱਡ ਤੋਂ ਮਰ ਕੇ ਵਾਪਸ ਆਇਆ, ਮਤਲਬ 5-5 ਮਿੰਟ ਮੇਰਾ ਹਾਰਟ ਬੰਦ ਰਿਹਾ। ਬਟ ਦੈਨ ਨਾਓ ਆਈ ਫੀਲ ਦੈਟ ਮੈਂ ਬਿਲਕੁਲ ਨਵਾਂ ਹੋ ਗਿਆ। ਮੈਨੂੰ ਰੱਬ ਨੇ ਦੁਬਾਰਾ ਇੱਕ ਜਨਮ ਦਿੱਤਾ, ਐਂਡ ਦਿਸ ਟਾਈਮ ਹੀ ਇਜ਼ ਹੋਲਡਿੰਗ ਮੀ ਇਨ ਹਿਜ਼ ਹੈਂਡ। ਅਤੇ ਮੈਂ ਉਹਨੂੰ ਹੁਣ ਅੱਗੇ ਪ੍ਰਫੁੱਲਿਤ ਕਰਨਾ ਚਾਹੁੰਦਾ, ਉਹਨੂੰ ਅੱਗੇ ਲਿਜਾਉਣਾ ਚਾਹੁੰਦਾ ਐਜ਼ ਇਟ ਇਜ਼, ਕਿਉਂਕਿ ਦਿਸ ਇਜ਼ ਦ ਲਾਸਟ ਚਾਂਸ। ਸੋ ਇਸ ਲਾਸਟ ਚਾਂਸ ਦੇ ਵਿੱਚ ਜਿੰਨੇ ਵੀ ਸਾਲ ਮੈਨੂੰ ਮਿਲੇ ਆ, ਜਾਂ ਜਿੰਨੇ ਵੀ ਸਾਹ ਮੈਨੂੰ ਮਿਲੇ ਆ, ਮੈਂ ਇੱਕ ਹੋਰ ਗੱਲ ਬਿਲੀਵ ਕਰਦਾ ਕਿ ਮੈਨੂੰ ਇਹ ਨਹੀਂ ਪਤਾ ਅਗਲੇ ਕਦਮ 'ਚ ਮੈਨੂੰ ਮੌਤ ਆ ਜਾਣੀ ਹੈ। ਸੋ ਆਈ ਐਮ ਸੋ ਕੀਪਿੰਗ ਮਾਈ ਡੈਥ ਇਨ ਦਿਸ ਹੈਂਡ ਆਲ ਦ ਟਾਈਮ, ਐਂਡ ਦ ਲਾਈਫ ਇਨ ਦਿਸ ਹੈਂਡ ਆਲ ਦ ਟਾਈਮ, ਵੈਰੀ ਕਲੋਜ਼ ਟੂ ਮਾਈ ਹਾਰਟ, ਕਿ ਇੱਕ ਕਦ ਵੀ ਕੁਛ ਵੀ ਹੋ ਸਕਦਾ। ਬਟ ਦੈਟ ਵੈਰੀ ਟਾਈਮ ਵੈਨ ਆਈ ਗੋ, ਮੇਰੇ ਮੂੰਹ 'ਤੇ ਵਾਹਿਗੁਰੂ ਹੋਵੇ, ਬਸ ਮੇਰੀ ਇਹੀ ਤਮੰਨਾ ਹੈ। ਬਿਲਕੁਲ ਸਰ, ਇੰਨੀ ਪੋਜ਼ਿਟਿਵਿਟੀ ਲਈ, ਇੱਕ ਫਿਟਨੈਸ ਦੀ ਮਿਸਾਲ ਦੇਣ ਦੇ ਲਈ, ਇਸ ਏਜ ਦੇ ਵਿੱਚ ਵੀ ਬੜਿਆਂ ਨੂੰ ਸੇਧ ਦਿਖਾਉਣ ਦੇ ਲਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਆ। ਮੈਂ ਦਿਲੋਂ ਦੁਆ ਕਰਦੀ ਹਾਂ ਕਿ ਤੁਹਾਨੂੰ ਜਿਹੜੇ ਵੀ ਪਿਆਰ ਕਰਦੇ ਤੇ ਵੇਖਦੇ ਨੇ, ਉਹ ਜ਼ਰੂਰ ਇਹਨਾਂ ਗੱਲਾਂ ਨੂੰ ਸਮਝਣ, ਆਸ਼ੀਰਵਾਦ ਵਾਂਗੂ, ਔਰ ਇਸ ਰਸਤੇ 'ਤੇ ਤੁਰਨ ਦੀ ਤੁਹਾਡੇ ਨਾਲ ਕੋਸ਼ਿਸ਼ ਕਰਨ। ਸੋ ਬਹੁਤ ਸ਼ੁਕਰੀਆ ਅਤੇ ਬੈਸਟ ਵਿਸ਼ੇਸ ਸਰ, ਰੱਬ ਤੰਦਰੁਸਤੀ ਬਖਸ਼ੇ। ਸ਼ੁਕਰੀਆ ਜੀ। ਸਾਡੇ ਨਾਲ ਸੀਗੇ ਯੋਗਰਾਜ ਜੀ। ਬਹੁਤ ਗੱਲਾਂ ਹੋਈਆਂ ਜ਼ਿੰਦਗੀ ਦੀਆਂ, ਰੂਹਾਨੀਅਤ ਦੀਆਂ, ਆਤਮਾ ਪਰਮਾਤਮਾ ਦੀਆਂ, ਔਰ ਬਿਲਕੁਲ ਪਰਮਾਤਮਾ ਨੇ ਸਾਨੂੰ ਜੋ ਸਰੀਰ ਦਿੱਤਾ ਹੈ ਨਾ, ਇਹ ਸਾਡੇ ਹੱਥ ਦੇ ਵਿੱਚ ਹੈ ਕਿ ਆਤਮਾ ਪਰਮਾਤਮਾ ਦਾ ਮਿਲਨ ਕਿਸ ਤਰ੍ਹਾਂ ਕਰਨਾ, ਲੇਕਿਨ ਉਹਨੂੰ ਤੰਦਰੁਸਤ ਕਿੱਦਾਂ ਬਣਾਉਣਾ ਹੈ, ਕਿਸ ਤਰ੍ਹਾਂ ਨੈਗੇਟਿਵਿਟੀ 'ਚੋਂ ਨਿਕਲ ਕੇ ਪੋਜ਼ੀਟਿਵਿਟੀ ਦਾ ਰਸਤਾ ਫੜਨਾ ਹੈ, ਪੋਜ਼ੀਟਿਵਿਟੀ ਦਾ ਹੱਥ ਫੜਨਾ ਹੈ, ਔਰ ਖੁਦ ਨੂੰ ਪਿਆਰ ਕਰਨਾ ਹੈ, ਔਰ ਬਸ ਸੱਚਾਈ ਦੇ ਰਸਤੇ 'ਤੇ ਤੁਰਨਾ ਹੈ। ਸੋ ਬਹੁਤ ਸਾਰੀਆਂ ਗੱਲਾਂ ਮੈਂ ਵੀ ਸਿੱਖੀਆਂ ਨੇ, ਆਈ ਐਮ ਸ਼ੋਰ ਤੁਸੀਂ ਵੀ ਸਿੱਖਿਆ ਹੋਣਗੀਆਂ। ਜ਼ਰੂਰ ਆਪਣਾ ਫੀਡਬੈਕ ਦੇਣਾ। ਸੋ ਇਸੇ ਤਰ੍ਹਾਂ ਤੁਹਾਨੂੰ ਐਂਟਰਟੇਨ ਕਰਦੇ ਰਹਾਂਗੇ ਅਤੇ ਰੂਬਰੂ ਕਰਵਾਉਂਦੇ ਰਹਾਂਗੇ। ਫਿਲਹਾਲ ਦੇ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।